ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਪ੍ਰੈਪਰੇਸ਼ਨ ਕਰ ਰਹੇ ਹੋ ਪੀਐਸ ਟੈਟ ਦੇ ਲਈ ਜਾਂ ਸੀ ਟੈਟ ਦੇ ਲਈ ਤਾਂ ਜਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ। ਇਹ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਣ ਵਾਲਾ ਹੈ। ਅੱਜ ਆਪਾਂ ਕੰਪਲੀਟ ਕਰਾਂਗੇ ਆਪਣੇ ਸੈਕਿੰਡ ਟੌਪਿਕ ਨੂੰ, ਜੋ ਕਿ ਸੀਡੀਪੀ ਦਾ ਸੈਕਿੰਡ ਟੌਪਿਕ ਸੀ, ਗਰੋਥ ਐਂਡ ਡਿਵੈਲਪਮੈਂਟ। ਉਹਨੂੰ ਅੱਜ ਆਪਾਂ ਕੰਪਲੀਟ ਕਰਾਂਗੇ। ਕੁਝ ਲਾਸਟ ਪੁਆਇੰਟ ਰਹਿੰਦਾ ਸੀ ਆਪਣਾ ਪ੍ਰਿੰਸੀਪਲਸ ਆਫ ਡਿਵੈਲਪਮੈਂਟ, ਤਾਂ ਉਹਨੂੰ ਅੱਜ ਆਪਾਂ ਕੰਪਲੀਟ ਕਰਾਂਗੇ। ਠੀਕ ਹੈ, ਇਹਦੇ ਨਾਲ ਹੀ ਆਪਣਾ ਟੌਪਿਕ ਖਤਮ ਹੋ ਜਾਏਗਾ। ਆਫਟਰ ਦੈਟ ਆਪਾਂ ਇਸ ਟੌਪਿਕ ਦੇ ਐਮਸੀਕਿਊਜ਼ ਜਾਂ ਫਿਰ ਥਰਡ ਟੌਪਿਕ ਨੂੰ ਸਟਾਰਟ ਕਰਾਂਗੇ, ਦੇਖਾਂਗੇ ਕੀ ਜ਼ਿਆਦਾ ਸਹੀ ਰਹੇਗਾ। ਠੀਕ ਹੈ ਜੀ, ਚਲੋ ਸਟਾਰਟ ਕਰਦੇ ਹਾਂ। ਠੀਕ ਹੈ ਜੀ, ਇਹ ਤੁਹਾਡੇ ਲਈ ਇੱਕ ਇਨਫੋਰਮੇਸ਼ਨ ਹੈ ਕਿ ਜੇਕਰ ਤੁਸੀਂ ਸਾਡੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਚਾਹੁੰਦੇ ਹੋ ਜਾਂ ਤੁਹਾਡਾ ਟੈਟ ਐਗਜ਼ਾਮ ਦੇ ਰਿਗਾਰਡਿੰਗ ਕੋਈ ਵੀ ਡਾਊਟ ਹੈ ਤਾਂ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ, ਔਰ ਨੋਟਸ ਲਈ ਤੁਸੀਂ ਫੋਲੋ ਕਰ ਸਕਦੇ ਹੋ ਟੈਲੀਗ੍ਰਾਮ ਚੈਨਲ ਨੂੰ। ਬੈਨੀਫੀਸ਼ੀਅਲ ਹੋਏਗਾ ਤੁਹਾਡੇ ਲਈ। ਤਿੰਨਾਂ ਦਾ ਜੋ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਕੰਟੀਨਿਊ ਕਰਦੇ ਹਾਂ। ਬਿਲਕੁਲ, ਪ੍ਰਿੰਸੀਪਲਸ ਆਫ ਡਿਵੈਲਪਮੈਂਟ ਅੱਜ ਆਪਾਂ ਸਟੱਡੀ ਕਰਾਂਗੇ। ਇਸ ਤੋਂ ਪਹਿਲਾਂ ਪ੍ਰੋਪਰਲੀ ਸਿਲੇਬਸ ਫਸਟ ਟੌਪਿਕ ਹਿਸਟਰੀ ਆਫ ਸਾਈਕੋਲੋਜੀ ਜਾਂ ਫਿਰ ਓਰੀਜਨ ਆਫ ਸਾਈਕੋਲੋਜੀ ਵੀ ਜਿਹਨੂੰ ਕਿਹਾ ਜਾਂਦਾ ਹੈ, ਤੇ ਉਹ ਕੰਪਲੀਟ ਹੋ ਚੁੱਕੇ ਹੈ। ਠੀਕ ਹੈ, ਪੂਰੀ ਦੀ ਪੂਰੀ ਪਲੇਲਿਸਟ ਮਿਲੇਗੀ ਤੁਹਾਨੂੰ, ਔਰ ਉਹ ਪਲੇਲਿਸਟ ਨਜ਼ਰ ਆਏਗੀ ਤੁਹਾਨੂੰ ਸਾਡੇ ਚੈਨਲ ਦੇ ਉੱਪਰ। ਤੁਸੀਂ ਚਾਹੋ ਤਾਂ ਜਾ ਕੇ ਵਿਜ਼ਿਟ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਸਾਰੇ ਸਬਜੈਕਟਸ ਦੇ ਜੋ ਪਲੇਲਿਸਟ ਨੇ ਉਹ ਨਜ਼ਰ ਆਉਣਗੀਆਂ, ਇੰਗਲਿਸ਼, ਪੰਜਾਬੀ। ਠੀਕ ਹੈ, ਹੌਲੀ ਹੌਲੀ ਆਪਾਂ ਇਹਨਾਂ ਸਾਰਿਆਂ ਦਾ ਸਿਲੇਬਸ ਜੋ ਹੈ ਕਵਰ ਕਰ ਰਹੇ ਹਾਂ। ਠੀਕ ਹੈ, ਕੋਸ਼ਿਸ਼ ਕੀਤੀ ਜਾਏਗੀ ਹੁਣ ਤੁਹਾਡਾ ਸਿਲੇਬਸ ਕੰਟੀਨਿਊਸਲੀ ਕਵਰ ਕਰਵਾ ਦਿੱਤਾ ਜਾਵੇ, ਤਾਂ ਕਿ ਤੁਸੀਂ ਆਪਣੇ ਐਗਜ਼ਾਮ ਦੀ ਵਧੀਆ ਤਰੀਕੇ ਨਾਲ ਪ੍ਰੈਪਰੇਸ਼ਨ ਕਰ ਸਕੋ। ਤੇ ਰਹੀ ਗੱਲ ਐਗਜ਼ਾਮ ਕਦੋਂ ਹੋਏਗਾ, ਹਾਲੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿ ਐਗਜ਼ਾਮ ਕਦੋਂ ਹੋਏਗਾ। ਠੀਕ ਹੈ, ਬਹੁਤ ਸਾਰੇ ਸਟੂਡੈਂਟਸ ਦਾ ਡਾਊਟ ਹੁੰਦਾ ਹੈ ਕਿ ਐਗਜ਼ਾਮ ਕਦੋਂ ਹੋਏਗਾ, ਤੇ ਐਗਜ਼ਾਮ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਠੀਕ ਹੈ, ਹੁਣ ਇਹ ਡਿਪੈਂਡ ਕਰਦਾ ਹੈ ਗਵਰਨਮੈਂਟ ਦੇ ਉੱਪਰ। ਠੀਕ ਹੈ, ਹਾਲੇ ਸਾਰੇ ਸਿਰਫ ਐਸਟੀਮੇਟ ਹੀ ਲਗਾ ਸਕਦੇ ਨੇ ਕਿ ਮਈ ਤੱਕ ਹੋਏਗਾ, ਜੁਲਾਈ ਤੱਕ ਹੋਏਗਾ, ਬਟ ਅਗਰ ਆਪਾਂ ਪ੍ਰੋਪਰਲੀ ਕਹਿ ਕੇ ਚੱਲੀਏ ਤਾਂ ਜੁਲਾਈ ਦੇ ਨੀਅਰ ਅਬਾਊਟ ਤੁਹਾਡਾ ਹੋ ਜਾਏਗਾ, ਅਗਰ ਮਾਸਟਰ ਕੈਡਰ ਤੋਂ ਪਹਿਲਾਂ ਹੁੰਦਾ ਹੈ ਤਾਂ। ਅਗਰ ਬਾਈ ਚਾਂਸ ਕੋਈ ਸਿਸਟਮ ਦੇ ਵਿੱਚ ਅਗਰ ਆਪਾਂ ਕਹੀਏ ਕਿ ਕੰਮ ਸਲੋ ਹੋ ਰਿਹਾ ਹੈ ਜਾਂ ਪ੍ਰੋਪਰਲੀ ਮਾਸਟਰ ਕੈਡਰ ਦੀਆਂ ਹੀ ਜੋ ਉਹ ਪੋਸਟਸ ਨੇ ਉਹ ਚੰਗੀ ਤਰ੍ਹਾਂ ਕੰਮ ਨਹੀਂ ਕੰਪਲੀਟ ਹੋ ਪਾ ਰਿਹਾ ਉਹਨਾਂ ਦਾ, ਤਾਂ ਹੋ ਸਕਦਾ ਤੁਹਾਡਾ ਜੋ ਪੀਐਸ ਟੈਟ ਥੋੜਾ ਡਿਲੇ ਹੋ ਜਾਵੇ। ਬਟ ਅਗਰ ਕੰਮ ਪ੍ਰੋਪਰ ਟਾਈਮ ਤੇ ਹੁੰਦਾ ਹੈ ਤਾਂ ਹੋ ਸਕਦਾ ਜੋ ਅਗਲਾ ਮਾਸਟਰ ਕੈਡਰ ਆਉਣਾ ਹੈ ਉਸ ਤੋਂ ਪਹਿਲਾਂ ਤੁਹਾਡਾ ਜੋ ਟੈਟ ਐਗਜ਼ਾਮ ਹੈ ਉਹ ਹੋ ਜਾਏਗਾ। ਠੀਕ ਹੈ ਜੀ, ਤਾਂ ਇਹ ਡਿਪੈਂਡ ਕਰਦਾ ਹੈ ਕੰਮ ਦੇ ਉੱਪਰ, ਜੋ ਸਿਸਟਮ ਆਪਣੇ ਚੱਲ ਰਿਹਾ ਉਹਦੇ ਉੱਪਰ। ਤਾਂ ਇੱਕ ਵਾਰੀ ਪ੍ਰੈਪਰੇਸ਼ਨ ਕਰਕੇ ਰੱਖੋ। ਹੋ ਸਕਦਾ ਹੈ ਅਪ੍ਰੈਲ ਮਈ ਤੱਕ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ ਐਗਜ਼ਾਮ ਲਈ, ਬਟ ਹੋ ਸਕਦਾ ਹੈ ਜੁਲਾਈ, ਜੋ ਉਸ ਦੇ ਨੀਅਰ ਅਬਾਊਟ ਥੋੜਾ ਜਿਹਾ ਇੰਨਾ ਚਲਾ ਜਾਏਗਾ। ਤਾਂ ਦੇਖੋ, ਉਹ ਟਾਈਮ ਦੇ ਉੱਪਰ ਡਿਪੈਂਡ ਕਰੇਗਾ। ਠੀਕ ਹੈ, ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਐਗਜ਼ਾਮ ਕਦੋਂ ਹੋਣਾ ਹੈ, ਸਿਰਫ ਐਸਟੀਮੇਟ ਲਗਾਇਆ ਜਾ ਸਕਦਾ ਹੈ, ਔਰ ਉਸ ਐਸਟੀਮੇਟ ਦੇ ਅਕੋਰਡਿੰਗ ਆਪਣੀ ਪ੍ਰੈਪਰੇਸ਼ਨ ਤੁਸੀਂ ਤਿਆਰ ਰੱਖੋ। ਅਗਰ ਗੱਲ ਕਰੀਏ ਅੱਜ ਦੇ ਟੌਪਿਕ ਦੀ, ਤਾਂ ਉਹ ਹੈ ਪ੍ਰਿੰਸੀਪਲਸ ਆਫ ਡਿਵੈਲਪਮੈਂਟ। ਤੇ ਕਿਹੜੇ ਪ੍ਰਿੰਸੀਪਲਸ ਨੇ ਡਿਵੈਲਪਮੈਂਟ ਦੇ ਉਹ ਦੇਖਦੇ ਹਾਂ। ਠੀਕ ਹੈ ਜੀ, ਸਭ ਤੋਂ ਪਹਿਲਾਂ ਤਾਂ ਹੈਗਾ ਕੰਟੀਨਿਊਟੀ। ਦੇਖੋ, ਡਿਵੈਲਪਮੈਂਟ ਕੀ ਹੁੰਦਾ? ਵਿਕਾਸ ਹੁੰਦਾ। ਠੀਕ ਹੈ ਜੀ, ਕੀ ਹੁੰਦਾ? ਇਹ ਵਿਕਾਸ ਹੁੰਦਾ ਕਿ ਆਪਣਾ ਵਿਕਾਸ ਕਿਸ ਤਰੀਕੇ ਨਾਲ ਹੋ ਰਿਹਾ। ਠੀਕ ਹੈ, ਵਿਕਾਸ ਕੀ ਚੀਜ਼ ਹੁੰਦੀ ਆ? ਆਪਾਂ ਰੈਗੂਲਰਲੀ ਕੁਝ ਨਾ ਕੁਝ ਸਿੱਖਦੇ ਹਾਂ। ਠੀਕ ਹੈ, ਆਪਾਂ ਪਿੱਛੇ ਕਰਕੇ ਐਸੀ ਡਿਫਰੈਂਸ ਬਿਟਵੀਨ ਗਰੋਥ ਐਂਡ ਡਿਵੈਲਪਮੈਂਟ। ਗਰੋਥ ਹੁੰਦੀ ਆ ਵਾਧਾ, ਡਿਵੈਲਪਮੈਂਟ ਹੁੰਦੇ ਵਿਕਾਸ। ਠੀਕ ਹੈ, ਇਹਨਾਂ ਦੋਨਾਂ ਵਿੱਚ ਡਿਫਰੈਂਸ, ਗਰੋਥ ਕੀ ਹੁੰਦੀ ਹੈ, ਡਿਵੈਲਪਮੈਂਟ ਕੀ ਹੁੰਦਾ ਹੈ, ਇਹ ਸਾਰਾ ਕੁਝ ਆਪਾਂ ਸਟੱਡੀ ਕਰ ਚੁੱਕੇ ਹਾਂ। ਠੀਕ ਹੈ, ਅਗਰ ਆਪਾਂ ਗੱਲ ਕਰੀਏ ਫਸਟ ਪ੍ਰਿੰਸੀਪਲ ਦੀ, ਜੋ ਕਿ ਹੈ ਕੰਟੀਨਿਊਟੀ। ਕੰਟੀਨਿਊਟੀ ਹੈ ਮਤਲਬ ਜੋ ਡਿਵੈਲਪਮੈਂਟ ਹੈ ਉਹ ਲਗਾਤਾਰ ਚੱਲਦਾ ਰਹਿੰਦਾ ਹੈ। ਸਾਫ਼ ਸ਼ਬਦਾਂ ਵਿੱਚ ਕਹੀਏ, ਬੂਮ ਟੂ ਟੂਮ ਹੁੰਦਾ ਹੈ ਆਪਣਾ ਡਿਵੈਲਪਮੈਂਟ। ਮਤਲਬ ਗਰਭ ਅਵਸਥਾ ਤੋਂ ਲੈ ਕੇ ਜੋ ਆਪਣੀ ਮੌਤ ਤੱਕ ਦਾ ਸਮਾਂ ਹੁੰਦਾ ਹੈ, ਆਪਾਂ ਹਰ ਸਮੇਂ ਕੁਛ ਨਾ ਕੁਛ ਸਿੱਖਦੇ ਹਾਂ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਜਸਟ ਇੱਕ ਏਜ ਹੁੰਦੀ ਹੈ, ਜਿਵੇਂ ਆਪਣਾ ਵਾਧਾ ਇੱਕ ਏਜ ਤੱਕ ਹੁੰਦਾ ਹੈ, ਟੀਨ ਏਜ ਆਪਾਂ ਜਿਹਨੂੰ ਕਹਿੰਦੇ ਹਾਂ, ਕਿ ਟੀਨ ਏਜ ਤੋਂ ਬਾਅਦ ਸ਼ਾਇਦ ਕਿਤੇ ਨਾ ਕਿਤੇ ਆਪਣੀ ਫਿਜ਼ੀਕਲ ਗਰੋਥ ਜੋ ਹੈ ਉਹ ਰੁਕ ਜਾਂਦੀ ਹੈ, ਬਟ ਵਿਕਾਸ ਨਹੀਂ ਰੁਕਦਾ। ਆਪਾਂ ਅਗਰ ਸੜਕ 'ਤੇ ਜਾ ਰਹੇ ਹਾਂ, ਆਪਾਂ ਕੁਝ ਦੇਖਦੇ ਹਾਂ, ਸ਼ਾਇਦ ਆਪਾਂ ਕੁਝ ਸਿੱਖਦੇ ਹਾਂ, ਤਾਂ ਸਿੱਖਿਆ ਕਦੋਂ ਵੀ ਜਾ ਸਕਦੀ ਹੈ, ਇਹਦੀ ਕੋਈ ਉਮਰ ਨਹੀਂ ਹੁੰਦੀ। ਇਹ ਲਗਾਤਾਰ ਹੁੰਦਾ ਰਹਿੰਦਾ ਹੈ। ਗਰਭ ਅਵਸਥਾ ਤੋਂ ਲੈ ਕੇ ਮੌਤ ਤੱਕ ਆਪਣਾ ਜੋ ਵਿਕਾਸ ਹੈ ਉਹ ਲਗਾਤਾਰ ਹੁੰਦਾ ਰਹਿੰਦਾ ਹੈ, ਚਾਹੇ ਉਹ ਮੈਂਟਲੀ ਹੋਵੇ, ਸੋਸ਼ਲ ਹੋਵੇ, ਅਗਰ ਆਪਾਂ ਗੱਲ ਕਰੀਏ ਫਿਜ਼ੀਕਲ ਹੋਵੇ, ਜਾਂ ਫਿਰ ਹੋਰ ਵੀ ਕਈ ਤਰੀਕਿਆਂ ਨਾਲ ਮੋਰਲ ਹੋਵੇ। ਠੀਕ ਹੈ, ਇਹ ਸਾਰਾ ਕੁਝ ਆਪਾਂ ਕਰ ਚੁੱਕੇ ਹਾਂ। ਤੇ ਇਸ ਲਈ ਕਿਆ ਫਸਟ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ ਕੰਟੀਨਿਊਟੀ। ਜਿਵੇਂ ਆਪਾਂ ਮੈਚਿਓਰ ਹੁੰਦੇ ਜਾਂਦੇ ਹਾਂ, ਜਿਵੇਂ ਆਪਾਂ ਬਚਪਨ ਦੇ ਵਿੱਚ ਸੀ ਉਵੇਂ ਆਪਾਂ ਟੀਨ ਏਜ ਦੇ ਵਿੱਚ ਨਹੀਂ ਹੁੰਦੇ, ਜਿਵੇਂ ਦੇ ਆਪਾਂ ਟੀਨ ਏਜ ਦੇ ਵਿੱਚ ਸੀ ਉਵੇਂ ਦੇ ਆਪਾਂ ਅਡਲਟ ਦੇ ਵਿੱਚ ਨਹੀਂ ਹੁੰਦੇ। ਅਡਲਟ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ 올ਡ ਏਜ ਦੇ ਵਿੱਚ, ਤਾਂ ਆਪਣਾ ਜੋ ਮੈਚਿਓਰ ਆਪਾਂ ਹੁੰਦੇ ਰਹਿੰਦੇ ਹਾਂ, ਆਪਣਾ ਮੈਂਟਲੀ ਡਿਵੈਲਪਮੈਂਟ ਹੈ ਜੋ ਹੁੰਦਾ ਰਹਿੰਦਾ। ਠੀਕ ਹੈ, ਨਾ ਸਿੱਖਿਆ ਕਿਸੇ ਵੀ ਉਮਰ ਦੇ ਵਿੱਚ ਜਾ ਸਕਦਾ, ਇਹ ਗੱਲ ਇਹਦੇ ਵਿੱਚ ਕਹੀ ਗਈ ਹੈ, ਤੇ ਲਗਾਤਾਰ ਇਹ ਆਪਾਂ ਚੱਲਦਾ ਰਹਿੰਦਾ ਬੂਮ ਟੂ ਟੂਮ। ਤੇ ਇੱਕ ਪੁਆਇੰਟ ਜ਼ਰੂਰ ਯਾਦ ਰੱਖਿਓ ਕਿ ਇਹ ਬੂਮ ਟੂ ਟੂਮ ਹੁੰਦਾ ਹੈ। ਠੀਕ ਹੈ ਜੀ, ਨੈਕਸਟ ਅਗਰ ਆਪਾਂ ਗੱਲ ਕਰੀਏ, ਸੈਕਿੰਡ ਇਜ਼ ਪ੍ਰਿੰਸੀਪਲ ਆਫ ਇੰਟਰੈਕਸ਼ਨ ਬਿਟਵੀਨ ਹੈਰੀਡਿਟੀ ਐਂਡ ਇਨਵਾਇਰਮੈਂਟ। ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਆਪਾਂ ਜ਼ਦ ਅਤੇ ਵਾਤਾਵਰਨ ਦੀ ਅੰਤਰ ਕਿਰਿਆ। ਜ਼ਦ ਕੀ ਹੁੰਦਾ ਹੈ? ਹੈਰੀਡਿਟੀ। ਔਰ ਹੈਰੀਡਿਟੀ ਕੀ ਹੁੰਦੀ ਹੈ?
ਹੈਰੀਡਿਟੀ ਜੋ ਆਪਾਂ ਨੂੰ ਕਿਤੇ ਨਾ ਕਿਤੇ ਆਪਣੇ ਜੀਨਸ ਤੋਂ ਮਿਲਦੀ ਆ, ਆਪਣੀ ਜਿਵੇਂ ਦੀ ਆਪਣੀ ਫੈਮਿਲੀ ਹੈ, ਆਪਣੇ ਪੇਰੈਂਟਸ ਤੋਂ ਆਪਾਂ ਨੂੰ ਜੀਨਸ ਮਿਲਦੇ ਨੇ, ਜਿਹਦੇ ਕਰਕੇ ਆਪਣੀ ਆਪਾਂ ਕਹਿੰਦੇ ਨੇ ਆਪਣੀ ਦਿੱਖ ਉਸ ਤਰੀਕੇ ਦੀ ਹੁੰਦੀ ਹੈ, ਜਾਂ ਹੋ ਸਕਦਾ ਜਿਸ ਮਤਲਬ ਜੋ ਚੀਜ਼ ਆਪਾਂ ਨੂੰ ਆਪਣੀ ਜੀਨਸ ਤੋਂ ਮਿਲਦੀ ਆ ਉਹਨੂੰ ਆਪਾਂ ਹੈਰੀਡਿਟੀ ਕਹਿੰਦੇ ਆ। ਨੈਕਸਟ ਚੈਪਟਰ ਆਪਣਾ ਹੈਰੀਡਿਟੀ ਤੇ ਇਨਵਾਇਰਨਮੈਂਟ ਹੀ ਹੋਊਗਾ, ਉਹਦੇ ਵਿੱਚ ਆਪਾਂ ਹੈਰੀਡਿਟੀ ਕੀ ਹੈ, ਇਨਵਾਇਰਨਮੈਂਟ ਕੀ ਹੈ, ਕਿਵੇਂ ਇਫੈਕਟ ਕਰਦੇ ਨੇ, ਉਹ ਸਾਰਾ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ। ਠੀਕ ਹੈ, ਹੁਣ ਸਿਰਫ ਇੰਨਾ ਹੀ ਸਮਝ ਲਓ, ਜੋ ਹੈਰੀਡਿਟੀ ਹੁੰਦੀ ਹੈ ਉਹ ਹੁੰਦੀ ਹੈ ਜੋ ਕੁਆਲਿਟੀਜ਼ ਆਪਾਂ ਆਪਣੇ ਪੇਰੈਂਟਸ ਤੋਂ ਲੈ ਕੇ ਆਉਂਦੇ ਹਾਂ, ਆਪਣੇ ਅੰਦਰ ਹੁੰਦੇ ਨੇ ਆਪਣੇ ਪੇਰੈਂਟਸ ਦੇ ਕਾਰਨ, ਜਾਂ ਫਿਰ ਆਪਣੇ ਜੋ ਅੱਗੇ ਪੀੜ੍ਹੀਆਂ ਚੱਲਦੀਆਂ ਆ ਰਹੀਆਂ ਨੇ ਉਹਨਾਂ ਦੇ ਕਾਰਨ। ਠੀਕ ਹੈ, ਇਨਵਾਇਰਨਮੈਂਟ ਜਿਸ ਇਨਵਾਇਰਨਮੈਂਟ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਤਰੀਕੇ ਦੇ ਆਪਾਂ ਐਕਟੀਵਿਟੀਜ਼ ਨੂੰ ਸਿੱਖਦੇ ਹਾਂ। ਠੀਕ ਹੈ, ਤਾਂ ਆਪਾਂ ਸਿੰਪਲ ਹੀ ਕਹਿ ਸਕਦੇ ਹਾਂ ਕਿ ਜੋ ਡਿਵੈਲਪਮੈਂਟ ਹੁੰਦਾ ਹੈ ਉਹਦੇ ਵਿੱਚ ਜੇਕਰ 50% ਰੋਲ ਹੈਰੀਡਿਟੀ ਦਾ ਹੈ ਤਾਂ ਉਹਦੇ ਵਿੱਚ ਜੋ ਬਾਕੀ ਦਾ 50% ਰਹਿ ਗਿਆ ਉਹ ਰੋਲ ਕੌਣ ਪਲੇ ਕਰਦਾ ਹੈ, ਇਨਵਾਇਰਨਮੈਂਟ ਕਰਦਾ ਹੈ। ਇੱਕ ਪਰਸਨ ਹੈਰੀਡਿਟੀ ਔਰ ਇਨਵਾਇਰਨਮੈਂਟ ਤੋਂ ਬਿਨਾਂ ਕੁਝ ਵੀ ਨਹੀਂ ਹੈ। ਠੀਕ ਹੈ, ਜਿੰਨੀ ਹੈਰੀਡਿਟੀ ਇੰਪੋਰਟੈਂਟ ਹੈ ਉਨੀ ਹੀ ਇਨਵਾਇਰਨਮੈਂਟ ਵੀ ਇਹਦੇ ਵਿੱਚ ਬਰਾਬਰ ਦਾ ਕੰਮ ਕਰਦਾ ਹੈ। ਠੀਕ ਹੈ, ਐਵੇਂ ਨਹੀਂ ਕਿ ਹੈਰੀਡਿਟੀ ਜ਼ਿਆਦਾ ਇਨਵਾਇਰਨਮੈਂਟ ਘੱਟ, ਇੱਦਾਂ ਦਾ ਵੀ ਕੁਛ ਨਹੀਂ ਹੈ, ਬਰਾਬਰ ਦਾ ਇੱਕ ਸੰਤੁਲਨ ਹੈ ਦੋਨਾਂ ਦੇ ਵਿੱਚ। ਇਸ ਲਈ ਕਿਹਾ ਜਾਂਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਜੋ ਇੰਟਰੈਕਸ਼ਨ ਹੁੰਦੀ ਹੈ ਉਹਨੂੰ ਆਪਾਂ ਕੀ ਕਹਿ ਸਕਦੇ ਹਾਂ, ਡਿਵੈਲਪਮੈਂਟ ਕਹਿ ਸਕਦੇ ਹਾਂ। ਠੀਕ ਹੈ, ਹੈਰੀਡਿਟੀ ਜੋ ਆਪਣੀ ਕੁਆਲਿਟੀਜ਼ ਜਾਂ ਡਿਸਕੁਆਲਿਟੀਜ਼ ਆਪਣੇ ਪੇਰੈਂਟਸ ਤੋਂ ਮਿਲਦੀਆਂ ਨੇ, ਇਨਵਾਇਰਨਮੈਂਟ ਜੋ ਆਪਾਂ ਇਨਵਾਇਰਨਮੈਂਟ ਦੇ ਜਿਸ ਇਨਵਾਇਰਨਮੈਂਟ ਦੇ ਵਿੱਚ ਰਹਿੰਦੇ ਹਾਂ ਉਸ ਦੀ ਗੱਲ ਕੀਤੀ ਗਈ ਹੈ। ਠੀਕ ਹੈ ਜੀ, ਅੱਗੇ ਅਗਰ ਆਪਾਂ ਗੱਲ ਕਰੀਏ, ਇਹ ਜੋ ਸਟੇਟਮੈਂਟ ਸੀ ਕਿਤੇ ਨਾ ਕਿਤੇ ਕਿਹਨਾਂ ਦੁਆਰਾ ਦਿੱਤੀ ਗਈ ਸੀ, ਵੁਡਜ਼ਵਰਥ ਦੁਆਰਾ ਦਿੱਤੀ ਗਈ ਸੀ। ਤਾਂ ਇਹ ਵੀ ਤੁਹਾਡੇ ਸਾਹਮਣੇ ਲਿਖਿਆ ਹੈ, ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਉਮੀਦ ਹੈ ਤੁਸੀਂ ਆਪਣੇ ਨੋਟਸ ਬਣਾ ਰਹੇ ਹੋਵੋਗੇ। ਠੀਕ ਹੈ, ਹੈਲਪਫੁਲ ਰਹਿਣਗੇ, ਖੁਦ ਨੋਟਸ ਬਣਾਓ, ਜ਼ਿਆਦਾ ਯੂਜ਼ਫੁਲ ਹੋਣਗੇ ਤੁਹਾਡੇ ਲਈ। ਅੱਗੇ ਅਗਰ ਆਪਾਂ ਗੱਲ ਕਰੀਏ, ਨੈਕਸਟ ਵਨ ਇਜ਼ ਪ੍ਰਿੰਸੀਪਲ ਆਫ ਇੰਡੀਵਿਜੂਅਲਿਟੀ ਜਾਂ ਫਿਰ ਇੰਡੀਵਿਜੂਅਲ ਡਿਫਰੈਂਸ। ਹੁਣ ਹਰ ਇੱਕ ਪਰਸਨ ਦੀ ਅਗਰ ਆਪਾਂ ਗੱਲ ਕਰੀਏ ਇੱਕ ਦੂਸਰੇ ਤੋਂ ਡਿਫਰੈਂਟ ਹੁੰਦਾ ਹੈ। ਆਪਣੀ ਇੰਡੀਵਿਜੂਅਲਿਟੀ ਅਗਰ ਆਪਾਂ ਇੰਡੀਵਿਜੂਅਲ ਦੇ ਤੌਰ ਤੇ ਦੇਖੀਏ, ਹਰ ਇੱਕ ਪਰਸਨ ਸੈਕਿੰਡ ਪਰਸਨ ਤੋਂ ਥੋੜ੍ਹਾ ਬਹੁਤ ਕੁਆਲਿਟੀਜ਼, ਡਿਸਕੁਆਲਿਟੀਜ਼, ਹੈਰੀਡਿਟੀ ਜਾਂ ਇਨਵਾਇਰਨਮੈਂਟ ਉਹਦਾ ਅਲੱਗ ਹੁੰਦਾ ਹੈ। ਇਸ ਤਰੀਕੇ ਨਾਲ ਡਿਫਰੈਂਟ ਮੰਨਿਆ ਜਾਂਦਾ ਹੈ। ਕੋਈ ਵੀ ਦੋ ਪਰਸਨ ਕਦੇ ਵੀ ਸੇਮ ਬਿਲਕੁਲ ਉਹਨਾਂ 'ਚ ਸਾਰਾ ਕੁਝ ਸੇਮ ਹੋਵੇ ਪੋਸੀਬਲ ਨਹੀਂ ਹੈ। ਠੀਕ ਹੈ ਜੀ, ਤਾਂ ਇੰਡੀਵਿਜੂਅਲ ਅਲੱਗ-ਅਲੱਗ ਹੁੰਦੇ ਨੇ, ਭਿੰਨਤਾਵਾਂ ਉਹਨਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ, ਵਿਅਕਤੀਗਤ ਭਿੰਨਤਾਵਾਂ ਕਹਿੰਦੇ ਨੇ। ਜੇਕਰ ਇੱਕ ਕਿਸੇ ਵਿੱਚ ਡਿਸਕੁਆਲਿਟੀ ਹੈ ਤਾਂ ਹੋ ਸਕਦਾ ਹੈ, ਮਤਲਬ ਇਹ ਸਾਰਾ ਕੁਝ ਆਪਾਂ ਕਹਿ ਸਕਦੇ ਹਾਂ ਕਿ ਕਿਹਦੇ ਵਿੱਚ ਆਉਂਦਾ, ਡਿਵੈਲਪਮੈਂਟ ਦੇ ਵਿੱਚ ਆਉਂਦਾ। ਤੇ ਉਹਨਾਂ ਫੋਰ ਐਗਜ਼ਾਮਪਲ ਇੱਕ ਇਨਵਾਇਰਨਮੈਂਟ ਹੈ, ਡਿਫਰੈਂਟ ਇਨਵਾਇਰਨਮੈਂਟ ਹੁੰਦੇ ਨੇ। ਆਪਾਂ ਕਲਾਸ ਦੇ ਵਿੱਚ ਟੀਚ ਕਰਦੇ ਹਾਂ, ਬਹੁਤ ਸਾਰੇ ਬੱਚੇ ਨੇ ਡਿਫਰੈਂਟ ਫੈਮਲੀਜ਼ ਤੋਂ ਬਿਲੋਂਗ ਕਰਦੇ ਨੇ, ਕੋਈ ਪੂਅਰ ਫੈਮਲੀ ਤੋਂ ਹੁੰਦਾ, ਕੋਈ ਰਿਚ ਫੈਮਲੀ ਤੋਂ ਹੁੰਦਾ, ਤਾਂ ਉਹਨਾਂ ਦੀਆਂ ਕੁਆਲਿਟੀਜ਼, ਡਿਸਕੁਆਲਿਟੀਜ਼ ਇਨਵਾਇਰਨਮੈਂਟ ਕਰਕੇ ਆਪਾਂ ਨੂੰ ਉੱਦਾਂ ਦੀਆਂ ਹੀ ਦੇਖਣ ਨੂੰ ਮਿਲਦੀਆਂ ਨੇ। ਠੀਕ ਹੈ ਜੀ, ਤਾਂ ਇੰਡੀਵਿਜੂਅਲ ਹਰ ਇੱਕ ਵਿਅਕਤੀ ਦੂਸਰੇ ਵਿਅਕਤੀ ਤੋਂ ਅਲੱਗ ਹੁੰਦਾ ਹੈ। ਨੈਕਸਟ ਇਜ਼ ਪ੍ਰਿੰਸੀਪਲ ਆਫ ਇੰਟਰੈਕਸ਼ਨ। ਦੇਖੋ, ਡਿਵੈਲਪਮੈਂਟ ਜਦੋਂ ਹੁੰਦਾ ਹੈ ਇੱਕ ਇੰਟਰੈਕਸ਼ਨ ਦੇ ਨਾਲ ਹੁੰਦਾ ਹੈ। ਠੀਕ ਹੈ, ਇੰਟਰ ਰਿਲੇਸ਼ਨ, ਇੰਟਰੈਕਸ਼ਨ ਅੱਗੇ ਪੜਾਂਗੇ। ਦਿਸ ਇਜ਼ ਇੰਟਰ ਰਿਲੇਸ਼ਨ। ਇੰਟਰ ਰਿਲੇਸ਼ਨ ਦਾ ਮਤਲਬ ਕੀ ਹੈ? ਐਵੇਂ ਨਹੀਂ ਕਹਾਂਗੇ ਕਿ ਡਿਵੈਲਪਮੈਂਟ ਸਿਰਫ ਫਿਜ਼ੀਕਲ ਹੈ। ਕੱਲੀ ਜੋ ਫਿਜ਼ੀਕਲ ਹੁੰਦੀ ਹੈ ਉਹ ਕੀ ਹੁੰਦੀ ਹੈ? ਗਰੋਥ ਹੁੰਦੀ ਹੈ। ਕੱਲੀ ਜੋ ਫਿਜ਼ੀਕਲ ਹੁੰਦੀ ਹੈ ਜੀ ਉਹ ਕੀ ਹੁੰਦੀ ਹੈ? ਗਰੋਥ ਹੁੰਦੀ ਹੈ, ਜਿਹਨੂੰ ਆਪਾਂ ਪੰਜਾਬੀ 'ਚ ਵਾਧਾ ਕਹਿੰਦੇ ਹਾਂ। ਠੀਕ ਹੈ, ਜੋ ਡਿਵੈਲਪਮੈਂਟ ਹੁੰਦਾ ਉਹ ਫਿਜ਼ੀਕਲ ਵੀ ਹੁੰਦਾ, ਮੈਂਟਲ ਵੀ ਹੁੰਦਾ। ਆਪਾਂ ਦਿਮਾਗੀ ਤੌਰ ਤੇ ਕੁਛ ਨਾ ਕੁਛ ਸਿੱਖਦੇ ਰਹਿੰਦੇ ਹਾਂ, ਹਰ ਟਾਈਮ ਆਪਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਸੋਸ਼ਲ ਵੀ ਹੁੰਦਾ, ਸਮਾਜ ਦੇ ਵਿੱਚ ਰਹਾਂਗੇ। ਅਗਰ ਕਿਸੇ ਹੋਰ ਕਲਚਰ ਦਾ ਵਿਅਕਤੀ, ਫੋਰ ਐਗਜ਼ਾਮਪਲ ਆਪਾਂ ਪੰਜਾਬ ਕਲਚਰ ਦੇ ਹਾਂ, ਆਪਾਂ ਕਿਸੇ ਹੋਰ ਕਲਚਰ ਦੇ ਵਿੱਚ ਬੰਗਾਲ ਜਾਂ ਇੱਦਾਂ ਜਾਂਦੇ ਹਾਂ ਤਾਂ ਆਪਾਂ ਨੂੰ ਉਹਨਾਂ ਦੇ ਕਲਚਰ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਠੀਕ ਹੈ, ਤਾਂ ਮਤਲਬ ਆਪਣੀ ਸੁਸਾਇਟੀ ਉਹਨਾਂ ਦੀ ਸੁਸਾਇਟੀ ਤੋਂ ਥੋੜ੍ਹੀ ਜਿਹੀ ਡਿਫਰੈਂਟ ਹੈ, ਬਟ ਸਟਿਲ ਆਪਾਂ ਕੁਛ ਨਾ ਕੁਛ ਸਿੱਖਦੇ ਰਹਿੰਦੇ ਹਾਂ। ਠੀਕ ਹੈ, ਇਹ ਤਾਂ ਜਸਟ ਇੱਕ ਐਗਜ਼ਾਮਪਲ ਸੀ, ਬਟ ਉਂਝ ਅਗਰ ਆਪਾਂ ਸੁਸਾਇਟੀ ਦੇ ਵਿੱਚ, ਆਪਣੀ ਸੁਸਾਇਟੀ ਦੇ ਵਿੱਚ ਵੀ ਰਹਿੰਦੇ ਹਾਂ ਤਾਂ ਬਹੁਤ ਕੁਛ ਆਪਾਂ ਨੂੰ ਜਿਵੇਂ ਵੱਡੇ ਹੁੰਦੇ ਹਾਂ ਸਿੱਖਣ ਨੂੰ ਮਿਲਦਾ। ਇਮੋਸ਼ਨਲੀ ਆਪਾਂ ਅਟੈਚ ਹੁੰਦੇ ਆਪਣੀ। ਠੀਕ ਹੈ, ਇਹ ਸਾਰਾ ਕੁਝ। ਇਸ ਤੋਂ ਇਲਾਵਾ ਹੋਰ ਵੀ ਐਸਪੈਕਟਸ ਹੁੰਦੇ ਨੇ ਜੋ ਕਿ ਆਪਾਂ ਪ੍ਰੀਵੀਅਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਠੀਕ ਹੈ, ਮੇਨਲੀ ਆਹ 4 ਹੁੰਦੇ ਨੇ, ਇਹਨਾਂ ਨੂੰ ਅੱਗੇ ਅਗਰ ਡਿਵਾਈਡ ਕੀਤਾ ਜਾਵੇ ਤਾਂ ਉਹ ਸਭ ਕੁਝ ਆਪਾਂ ਦੇਖ ਚੁੱਕੇ ਹਾਂ। ਲੈਂਗੁਏਜ ਹੋ ਜਾਂਦਾ, ਕੋਗਨੀਟਿਵ ਹੋ ਜਾਂਦਾ। ਠੀਕ ਹੈ, ਉਹ ਇਹਨਾਂ ਦੇ ਇੱਕ ਪਾਰਟ ਹੁੰਦੇ ਨੇ। ਤਾਂ ਪ੍ਰਿੰਸੀਪਲ ਆਫ ਇੰਟਰ ਰਿਲੇਸ਼ਨ ਦੇ ਵਿੱਚ ਆਪਾਂ ਕਹਾਂਗੇ ਕਿ ਜੋ ਡਿਵੈਲਪਮੈਂਟ ਹੁੰਦਾ ਉਹ ਸਾਰਿਆਂ ਦਾ ਇੱਕ ਇੰਟਰ ਰਿਲੇਸ਼ਨ ਹੁੰਦਾ। ਠੀਕ ਹੈ, ਜੇਕਰ ਇੱਕ ਵੀ ਇਫੈਕਟ ਹੁੰਦਾ, ਫੋਰ ਐਗਜ਼ਾਮਪਲ ਆਪਣਾ ਫਿਜ਼ੀਕਲੀ ਆਪਾਂ ਉਨੇ ਸਟਰੋਂਗ ਨਹੀਂ ਹਾਂ ਜਿੰਨਾ ਆਪਾਂ ਨੂੰ ਹੋਣਾ ਚਾਹੀਦਾ ਸੀ, ਜਾਂ ਫਿਰ ਕੋਈ ਸਟੂਡੈਂਟ ਹੈ ਜਾਂ ਕੋਈ ਬੱਚਾ ਹੈ, ਠੀਕ ਹੈ, ਜੋ ਫਿਜ਼ੀਕਲੀ ਉਨਾ ਫਿੱਟ ਨਹੀਂ ਹੈ ਜੋ ਕਿ ਉਸ ਉਮਰ ਦੇ ਬੱਚੇ ਨੂੰ ਹੋਣਾ ਚਾਹੀਦਾ, ਤਾਂ ਕਿਤੇ ਨਾ ਕਿਤੇ ਇਹ ਚੀਜ਼ ਇਫੈਕਟ ਕਰੇਗੀ ਉਸਦੇ ਮੈਂਟਲੀ ਡਿਵੈਲਪਮੈਂਟ ਨੂੰ ਵੀ, ਸੋਸ਼ਲ ਨੂੰ ਵੀ ਜਾਂ ਇਮੋਸ਼ਨਲ ਨੂੰ ਵੀ। ਠੀਕ ਹੈ, ਇਹ ਸਾਰਾ ਕੁਛ ਆਪਾਂ ਨੂੰ ਮਤਲਬ ਇੱਕ ਦੂਸਰੇ ਨਾਲ ਕੀ ਕਰਦੇ ਨੇ, ਰਿਲੇਟ ਕਰਦੇ ਨੇ। ਫਿਜ਼ੀਕਲ, ਮੈਂਟਲ, ਸੋਸ਼ਲ, ਇਮੋਸ਼ਨ, ਹਰ ਤਰ੍ਹਾਂ ਦਾ ਜੋ ਵਿਕਾਸ ਹੁੰਦਾ ਉਹ ਡਿਵੈਲਪਮੈਂਟ ਦੇ ਵਿੱਚ ਕਾਊਂਟ ਹੁੰਦਾ। ਨੈਕਸਟ ਅਗਰ ਆਪਾਂ ਗੱਲ ਕਰੀਏ ਪ੍ਰੋਸੀਡ ਫਰੋਮ ਜਰਨਲ ਟੂ ਸਪੈਸੀਫਿਕ। ਹੁਣ ਦੇਖੋ ਜੀ ਇਹਦੇ ਵਿੱਚ ਕੀ ਕਿਹਾ ਹੋਇਆ ਕਿ ਇਹ ਜਰਨਲ ਤੋਂ ਲੈ ਕੇ ਸਪੈਸੀਫਿਕ ਤੱਕ ਜਾਂਦਾ। ਜਨਰਲ ਕੀ ਹੁੰਦਾ ਹੈ ਤੇ ਸਪੈਸੀਫਿਕ ਕੀ ਹੁੰਦਾ ਹੈ। ਠੀਕ ਹੈ, ਇਹ ਦੋਨੇ ਚੀਜ਼ਾਂ ਆਪਾਂ ਦੇਖਦੇ ਹਾਂ। ਜਨਰਲ ਟੂ ਸਪੈਸੀਫਿਕ ਦਾ ਮਤਲਬ ਇਹ ਹੋ ਗਿਆ ਕਿ ਇੱਕ ਆਮ ਜਿਹੀ ਚੀਜ਼ ਤੋਂ ਇੱਕ ਸਪੈਸ਼ਲ, ਜਿਵੇਂ ਫੋਰ ਐਗਜ਼ਾਮਪਲ ਇੱਥੇ ਤੁਹਾਡੇ ਸਾਹਮਣੇ ਹੈ, ਇਹਦੇ ਨਾਲ
ਰਿਲੇਟ ਕਰਕੇ ਇਹਨੂੰ ਸਮਝਦੇ ਹਾਂ, ਗ੍ਰੋਸ ਮੋਟਰ ਸਕਿੱਲ ਤੇ ਫਾਈਨ ਮੋਟਰ ਸਕਿੱਲ। ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਗ੍ਰੋਸ ਮੋਟਰ ਸਕਿੱਲਸ ਕਿਹੜੀਆਂ ਹੁੰਦੀਆਂ ਨੇ ਜੀ, ਫਾਈਨ ਮੋਟਰ ਸਕਿੱਲਸ ਕਿਹੜੀਆਂ ਹੁੰਦੀਆਂ ਨੇ, ਠੀਕ ਹੈ। ਬਟ ਇੱਕ ਵਾਰੀ ਆਪਾਂ ਦੇਖਦੇ ਹਾਂ। ਪਹਿਲਾਂ ਦੇਖੋ ਗ੍ਰੋਸ ਮੋਟਰ ਸਕਿੱਲ ਕੀ ਹੁੰਦੀ ਹੈ। ਜੋ ਐਕਟੀਵਿਟੀਜ਼ ਆਪਣੀਆਂ ਫਿਜ਼ੀਕਲ ਐਕਟੀਵਿਟੀਜ਼ ਹੁੰਦੀਆਂ ਨੇ, ਜੰਪਿੰਗ ਕਰਨਾ, ਜੋ ਕਿ ਆਪਾਂ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਬੜੇ ਮਸਲਸ ਨੂੰ ਯੂਜ਼ ਕਰਕੇ ਕਰਦੇ, ਜਿਵੇਂ ਆਪਣੀਆਂ ਲੈਗਸ ਹੋ ਗਈਆਂ, ਆਰਮਸ ਹੋ ਗਈਆਂ, ਠੀਕ ਹੈ। ਜਿਵੇਂ ਜੰਪਿੰਗ ਕਰਨਾ, ਰਨਿੰਗ ਕਰਨਾ, ਸਵਿਮਿੰਗ ਕਰਨਾ, ਇਹਦੇ ਵਿੱਚ ਆਪਾਂ ਆਪਣੀ ਆਰਮ ਦਾ ਯੂਜ਼ ਕਰਦੇ ਹਾਂ ਜਾਂ ਲੈਗਸ ਦੇ, ਮਤਲਬ ਜਿਹੜੇ ਵੱਡੇ ਮਸਲਸ ਹੁੰਦੇ ਨੇ ਉਹਨਾਂ ਨੂੰ ਯੂਜ਼ ਕਰਦੇ ਹਾਂ, ਤਾਂ ਉਹ ਕਿਹਦੇ ਵਿੱਚ ਆ ਜਾਂਦੇ ਨੇ, ਗ੍ਰੋਸ ਮੋਟਰ ਸਕਿੱਲ ਦੇ ਵਿੱਚ ਆ ਜਾਂਦੀਆਂ ਨੇ। ਫਾਈਨ ਮੋਟਰ ਸਕਿੱਲ, ਠੀਕ ਹੈ। ਫਾਈਨ ਮੋਟਰ ਸਕਿੱਲ ਦੇ ਵਿੱਚ ਕੀ ਆਉਂਦਾ, ਫਾਈਨ ਮੋਟਰ ਸਕਿੱਲ ਦੇ ਵਿੱਚ ਆਪਾਂ ਇੱਕ ਕੋਆਰਡੀਨੇਸ਼ਨ ਬਣਾਉਣਾ ਸਿੱਖ ਲੈਂਦੇ ਹਾਂ, ਜਿਵੇਂ ਆਈ ਹੈਂਡ ਕੋਆਰਡੀਨੇਸ਼ਨ। ਹੁਣ ਬੱਚਾ ਲਿਖਣਾ ਸਿੱਖਦਾ, ਜਦੋਂ ਉਹ ਲਿਖਦਾ ਤਾਂ ਉਸਨੇ ਕੋਆਰਡੀਨੇਸ਼ਨ ਬਣਾਉਣਾ ਹੁੰਦਾ ਆਪਣੀ ਫਿੰਗਰਸ ਦਾ, ਠੀਕ ਹੈ, ਆਪਣੀ ਆਈਜ਼ ਦਾ, ਔਰ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਪਰਲੀ ਉਹਦਾ ਕੰਸਨਟਰੇਟ ਉਹ ਸਿੱਖਦਾ ਕਿ ਕਿਸ ਤਰੀਕੇ ਨਾਲ ਪੈਨਸਿਲ ਨੂੰ ਪਕੜਨਾ, ਫਿੰਗਰਸ ਦਾ ਮਤਲਬ ਛੋਟੀਆਂ ਮਸਲਸ ਨੂੰ ਯੂਜ਼ ਕਰਦਾ ਆਪਣੀਆਂ, ਉਹਨਾਂ ਦੇ ਵਿੱਚ ਜਿਵੇਂ ਡਰਾਇੰਗ ਕਰਨਾ, ਰਾਈਟਿੰਗ ਕਰਨਾ, ਸਮਝ ਰਹੇ ਹੋਵੋਗੇ ਤੁਸੀਂ ਮੇਰੀ ਗੱਲ ਨੂੰ, ਤਾਂ ਉਹ ਸਾਰਾ ਕੁਝ ਕਿਹਦੇ ਵਿੱਚ ਆਉਂਦਾ ਹੈ, ਫਾਈਨ ਮੋਟਰ ਸਕਿੱਲ ਦੇ ਵਿੱਚ ਆਉਂਦਾ ਹੈ। ਹੁਣ ਇਹਨਾਂ ਦੋਨਾਂ ਦੇ ਨਾਲ ਆਪਾਂ ਇਸ ਪੁਆਇੰਟ ਨੂੰ ਕਿਵੇਂ ਸਮਝ ਸਕਦੇ ਹਾਂ ਕਿ ਜਨਰਲ ਟੂ ਸਪੈਸੀਫਿਕ ਜਾਂ ਸਿੰਪਲ ਟੂ ਕੰਪਲੈਕਸ ਸਿੱਖਦਾ ਹੈ, ਠੀਕ ਹੈ। ਹੁਣ ਦੇਖੋ ਜਦੋਂ ਇੱਕ ਬੱਚਾ ਗਰੋ ਕਰਦਾ ਹੈ, ਠੀਕ ਹੈ, ਸਭ ਤੋਂ ਪਹਿਲਾਂ ਉਹ ਆਪਣੀਆਂ ਗ੍ਰੋਸ ਮੋਟਰ ਸਕਿੱਲਸ ਨੂੰ ਐਕਟਿਵ ਕਰਦਾ ਹੈ, ਗ੍ਰੋਸ ਮੋਟਰ ਸਕਿੱਲਸ ਨੂੰ ਯੂਜ਼ ਕਰਨਾ ਸ਼ੁਰੂ ਕਰਦਾ ਹੈ, ਫਿਜ਼ੀਕਲ ਐਕਟੀਵਿਟੀਜ਼ ਕਰਦਾ ਹੈ। ਇੱਕ ਬੱਚਾ ਲਿਖਣਾ ਸਿੱਖਣ ਤੋਂ ਪਹਿਲਾਂ ਜਾਂ ਫਿਰ ਆਈ ਹੈਂਡ ਕੋਆਰਡੀਨੇਸ਼ਨ ਬਣਾਉਣ ਤੋਂ ਪਹਿਲਾਂ ਆਪਣੀ ਜੋ ਵੱਡੀਆਂ ਆਰਮਸ ਨੇ, ਜਨਰਲ ਆਰਮਸ ਨੇ, ਉਹਨਾਂ ਉੱਪਰ ਕੰਮ ਕਰਦਾ ਹੈ, ਜਾਂ ਫਿਰ ਜਨਰਲ ਆਪਾਂ ਕਹਿ ਸਕਦੇ ਹਾਂ ਮਸਲਸ ਨੇ, ਸੌਰੀ ਨੋਟ ਆਰਮਸ, ਠੀਕ ਹੈ। ਜਿਵੇਂ ਜੰਪਿੰਗ ਕਰਦਾ ਹੈ, ਰਨਿੰਗ ਕਰਦਾ ਹੈ, ਸਵਿਮਿੰਗ ਕਰਦਾ ਹੈ, ਇਹਨਾਂ ਸਾਰੀ ਸੌਰੀ ਸਵਿਮਿੰਗ ਸਿੱਖੀ ਜਾਂਦੀ ਹੈ, ਜੰਪਿੰਗ, ਰਨਿੰਗ ਕਰਦਾ ਹੈ। ਤੇ ਇਸ ਜਦੋਂ ਉਹ ਪ੍ਰੋਪਰਲੀ ਇਸ ਸਟੇਜ ਤੋਂ ਬਾਹਰ ਹੋ ਜਾਂਦਾ ਹੈ, ਫਿਰ ਉਹ ਹੌਲੀ ਹੌਲੀ ਆਪਣੇ ਜੋ ਛੋਟੇ ਮਸਲਸ ਨੇ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰਦਾ ਹੈ ਫॉर ਰਾਈਟਿੰਗ, ਡਰਾਇੰਗ ਐਂਡ ਐਟਸੈਟਰਾ, ਠੀਕ ਹੈ ਜੀ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਦੇਖ ਰਹੇ ਹਾਂ ਕਿ ਪਹਿਲਾਂ ਉਹ ਜਨਰਲੀ ਯੂਜ਼ ਕਰ ਰਿਹਾ ਆਪਣੇ ਬੜੀਆਂ ਮਸਲਸ ਨੂੰ, ਉਸ ਤੋਂ ਬਾਅਦ ਹੌਲੀ ਹੌਲੀ ਹਰ ਇੱਕ ਪਾਰਟ ਦੇ ਉੱਪਰ ਆਪਣਾ ਧਿਆਨ ਦੇਣ ਦੀ ਕੋਸ਼ਿਸ਼ ਕਰ ਰਿਹਾ, ਜਿਵੇਂ ਕੋਆਰਡੀਨੇਸ਼ਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਠੀਕ ਹੈ। ਤਾਂ ਉਹ ਸਪੈਸੀਫਿਕ ਵੱਲ ਜਾ ਰਿਹਾ। ਤੇ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਕਿ ਜੋ ਡਿਵੈਲਪਮੈਂਟ ਹੈ ਉਹ ਪ੍ਰੋਸੀਡ ਕਿਸ ਪੈਟਰਨ ਨੂੰ ਕਰਦਾ ਹੈ। ਮੋਸਟਲੀ ਕੁਐਸਚਨ ਆ ਜਾਂਦਾ ਕਿ ਡਿਵੈਲਪਮੈਂਟ ਪੈਟਰਨ ਨੂੰ ਫੋਲੋ ਕਰਦਾ ਵੀ ਹੈ ਜਾਂ ਨਹੀਂ ਕਰਦਾ, ਤੇ ਕਰਦਾ ਹੈ ਕਿਹਨੂੰ ਕਰਦਾ ਹੈ, ਜਨਰਲ ਟੂ ਸਪੈਸੀਫਿਕ ਜਾਂ ਫਿਰ ਸਿੰਪਲ ਟੂ ਕੰਪਲੈਕਸ, ਠੀਕ ਹੈ। ਜਿਵੇਂ ਸਿੰਪਲ ਇੱਥੇ ਵੀ ਆਪਾਂ ਦੇਖ ਰਹੇ ਹਾਂ ਸਿੰਪਲ ਐਕਟੀਵਿਟੀਜ਼ ਟੂ ਕੰਪਲੈਕਸ ਐਕਟੀਵਿਟੀਜ਼ ਵੱਲ ਵੱਧ ਰਿਹਾ ਹੈ, ਠੀਕ ਹੈ। ਇਸੇ ਪੈਟਰਨ ਦੇ ਵਿੱਚ, ਇਸੇ ਡਾਇਰੈਕਸ਼ਨ ਦੇ ਵਿੱਚ ਦੇਖੋ ਇੱਥੇ ਲਿਖਿਆ ਹੋਇਆ ਡਿਵੈਲਪਮੈਂਟ ਫੋਲੋਜ਼ ਡਾਇਰੈਕਸ਼ਨ ਐਂਡ ਸੀਕੁਐਂਸ, ਮਤਲਬ ਇੱਕ ਡਾਇਰੈਕਸ਼ਨ ਨੂੰ ਫੋਲੋ ਕਰਦਾ ਹੈ। ਹਰ ਇੱਕ ਬੱਚੇ ਦੇ ਵਿੱਚ ਪਹਿਲਾਂ ਉਹ ਐਵੇਂ ਨਹੀਂ ਹੈ ਕਿ ਇਸ ਬੱਚੇ ਨੇ ਪਹਿਲਾਂ ਲਿਖਣਾ ਸਿੱਖ ਲਿਆ, ਬਟ ਕੋਈ ਹੋਰ ਅਗਰ ਆਪਾਂ ਉਸੇ ਉਮਰ ਦਾ ਚਾਈਲਡ ਦੇਖ ਰਹੇ ਹਾਂ ਤਾਂ ਉਹ ਪਹਿਲਾਂ ਰਨਿੰਗ ਕਰਨਾ ਸਿੱਖ ਰਿਹਾ ਹੈ, ਰਨਿੰਗ ਕਰਨਾ ਸਿੱਖ ਰਿਹਾ ਹੈ ਜਾਂ ਫਿਰ ਜੰਪਿੰਗ ਕਰਨਾ ਸਿੱਖ ਰਿਹਾ, ਐਵੇਂ ਨਹੀਂ ਹੁੰਦਾ ਕਿ ਹਰ ਇੱਕ ਬੱਚਾ ਪਹਿਲਾਂ ਆਪਣੀਆਂ ਬੜੀਆਂ ਮਸਲਸ ਨੂੰ ਸਟਰੋਂਗ ਕਰਦਾ ਹੈ, ਆਫਟਰ ਦੈਟ ਹੌਲੀ ਹੌਲੀ ਉਹ ਫਾਈਨ ਮੋਟਰ ਸਕਿੱਲ ਵੱਲ ਅੱਗੇ ਵੱਧਦਾ ਹੈ। ਇਸ ਲਈ ਕਿਹਾ ਜਾਂਦਾ ਕਿ ਜਿਹੜਾ ਡਿਵੈਲਪਮੈਂਟ ਆ ਉਹ ਇੱਕ ਡਾਇਰੈਕਸ਼ਨ ਨੂੰ ਜਾਂ ਸੀਕੁਐਂਸ ਨੂੰ ਫੋਲੋ ਕਰਦਾ ਹੈ, ਠੀਕ ਹੈ। ਇਸ ਚੀਜ਼ ਨੂੰ ਯਾਦ ਰੱਖਿਓ, ਫੋਲੋ ਕਰਦਾ ਹੈ। ਤੇ ਕਿਸ ਦੇ ਵਿੱਚ, ਸਿੰਪਲ ਟੂ ਕੰਪਲੈਕਸ ਜਾਂ ਜਨਰਲ ਟੂ ਸਪੈਸੀਫਿਕ ਆਪਾਂ ਇਹਨੂੰ ਕਹਿ ਸਕਦੇ ਹਾਂ। ਉਮੀਦ ਹੈ ਪੁਆਇੰਟ ਬਹੁਤ ਚੰਗੀ ਤਰ੍ਹਾਂ ਤੁਹਾਡਾ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਪ੍ਰਿੰਸੀਪਲ ਆਫ ਰੈਪਿਡ ਡਿਵੈਲਪਮੈਂਟ ਡਿਊਰਿੰਗ ਸਟਾਰਟਿੰਗ ਈਅਰ ਆਫ ਲਾਈਫ, ਦੇਖੋ ਇਹਦੇ ਵਿੱਚ ਜੋ ਡਿਵੈਲਪਮੈਂਟ ਹੈ ਉਹ ਉੱਪਰ ਨੀਚੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਕਦੇ ਫਾਸਟ ਹੋ ਜਾਂਦਾ ਹੈ, ਕਦੇ ਸਲੋ ਹੋ ਜਾਂਦਾ ਹੈ। ਤਾਂ ਇਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਉਹ ਕਿਵੇਂ ਹੁੰਦੀਆਂ ਨੇ, ਜਦੋਂ 0 ਤੋਂ 3 ਦਾ ਮਤਲਬ ਪਹਿਲੇ 3 ਸਾਲ ਦੀ ਗੱਲ ਕੀਤੀ ਗਈ ਹੈ। ਪਹਿਲੇ 3 ਸਾਲ ਦੇ ਵਿੱਚ ਜੋ ਬੱਚੇ ਦੀ ਗਰੋਥ ਹੁੰਦੀ ਹੈ, ਤੁਸੀਂ ਕਦੇ ਸੋਚੋ ਜਾਂ ਤੁਸੀਂ ਕਿਤੇ ਦੇਖਿਆ ਹੋਣਾ, ਜਾਂ ਤੁਹਾਡੀ ਫੈਮਿਲੀ ਦੇ ਵਿੱਚ, ਰਿਲੇਟਿਵ ਦੇ ਵਿੱਚ ਕੋਈ ਚਾਈਲਡ ਹੋਣਾ, ਤੁਸੀਂ ਦੇਖਿਆ ਹੋਣਾ ਕਿ ਉਹ ਬਹੁਤ ਜ਼ਿਆਦਾ ਫਾਸਟ ਹੁੰਦੀ ਹੈ। ਸਡਨਲੀ ਆਪਾਂ ਦੇਖਦੇ ਹਾਂ ਕਿ 1-2 ਸਾਲ ਜਾਂ 3 ਸਾਲ ਦਾ ਬੱਚਾ ਜੋ ਬਹੁਤ ਸਡਨਲੀ ਜੋ ਹੈ ਉਹਦੀ ਜੋ ਗਰੋਥ ਆਪਾਂ ਨੂੰ ਸਡਨਲੀ ਨਹੀਂ, ਮਤਲਬ ਬਹੁਤ ਤੇਜ਼ੀ ਨਾਲ ਜੋ ਗਰੋਥ ਹੈ ਉਹ ਦੇਖਣ ਨੂੰ ਮਿਲਦੀ ਹੈ, ਅੱਪ ਜਾਂਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰਾਂਗੇ 3 ਤੋਂ ਲੈ ਕੇ 6 ਸਾਲ ਤੱਕ ਦੇ ਜੋ 3 ਈਅਰ ਦਾ ਸਮਾਂ ਹੈ, ਉੱਥੇ ਜੋ ਉਹਦੀ ਗਰੋਥ ਹੈ ਉਹ ਕੀ ਹੋ ਜਾਂਦੀ ਹੈ, ਸਲੋ ਹੋ ਜਾਂਦੀ ਹੈ। ਜਿੰਨੀ ਫਾਸਟ ਆਪਾਂ ਇਹਨਾਂ 3 ਸਾਲਾਂ ਦੇ ਵਿੱਚ ਦੇਖੀ ਸੀ ਉਹਦੀ ਫਿਜ਼ੀਕਲੀ ਗਰੋਥ, ਜਾਂ ਅਗਰ ਆਪਾਂ ਕਹੀਏ ਕੁਛ ਨਾ ਕੁਛ ਐਕਟੀਵਿਟੀਜ਼ ਦੀ ਗਰੋਥ, ਉਹ ਕੰਪੈਰੀਜ਼ਨ ਦੈਨ 3 ਤੋਂ 6 ਕੀ ਹੋ ਜਾਂਦੀ ਹੈ, ਫਾਸਟ ਹੁੰਦੀ ਹੈ। ਮਤਲਬ 3 ਤੋਂ 6 ਸਾਲ ਦੇ ਬੱਚੇ ਦੇ ਵਿੱਚ ਜੋ ਡਿਵੈਲਪਮੈਂਟ ਹੈ ਉਹ ਇੰਨਾ ਫਾਸਟ ਨਹੀਂ ਹੁੰਦਾ, ਉਹ ਕੀ ਹੁੰਦਾ, ਡਾਊਨ ਹੁੰਦਾ। ਇਸ ਦੇ ਕੰਪੈਰੀਜ਼ਨ ਮਤਲਬ ਸਲੋ ਹੁੰਦਾ, ਉਹਦਾ ਵਿਕਾਸ ਹੁੰਦਾ ਪਰ ਸਲੋ ਹੁੰਦਾ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ 6 ਤੋਂ 9 ਸਾਲ ਦੇ ਬੱਚੇ ਦੀ ਜੋ ਫਾਸਟ ਹੁੰਦੀ ਹੈ ਗਰੋਥ, ਠੀਕ ਹੈ, ਫਾਸਟ ਹੁੰਦੀ ਹੈ, ਬਟ 9 ਤੋਂ 12 ਦੇ ਵਿੱਚ ਇਹ ਬਹੁਤ ਜ਼ਿਆਦਾ ਸਲੋ ਹੋ ਜਾਂਦੀ ਹੈ। ਇਸ ਤਰੀਕੇ ਨਾਲ ਲੱਗਦਾ ਜਿਵੇਂ ਕੋਈ ਚੇਂਜ ਹੀ ਨਹੀਂ ਆਇਆ। ਤਾਂ ਮਤਲਬ ਹੁੰਦੀ ਹੈ, ਠੀਕ ਹੈ, ਬਹੁਤ ਕੁਝ ਸਿੱਖਦਾ ਹੈ ਬੱਚਾ, ਬਟ ਬਹੁਤ ਜ਼ਿਆਦਾ ਸਲੋ ਹੁੰਦੀ ਹੈ। 6 ਤੋਂ 9 ਸਾਲ ਦੇ ਵਿੱਚ ਇਹ ਕੀ ਹੁੰਦੀ ਹੈ, ਫਿਰ ਫਾਸਟ ਹੁੰਦੀ ਹੈ, ਠੀਕ ਹੈ। 12 ਤੋਂ 15 ਦੇ ਵਿੱਚ ਤਾਂ ਇਹ ਆਪਾਂ ਨੂੰ ਪਤਾ ਹੀ ਹੈ ਕਿ ਟੀਨ ਏਜ ਦੇ ਵਿੱਚ ਆ ਜਾਂਦਾ ਬੱਚਾ, ਤੇ ਇਹਦੇ ਵਿੱਚ ਸਡਨਲੀ ਇੱਕਦਮ ਜੇ ਆਪਾਂ ਕਹਾਂਗੇ
कि बहुत सारे चेंजेस ने जो बॉयज़ एंड गर्ल्स ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਠੀਕ ਹੈ। ਤਾਂ ਵੈਰੀ ਫਾਸਟ ਇਹਦੇ ਵਿੱਚ ਗਰੋਥ ਹੁੰਦੀ ਹੈ। ਸਡਨ ਇਹਦੇ ਵਿੱਚ ਸਪੈਸ਼ਲੀ ਵਰਡ ਯੂਜ਼ ਕੀਤਾ ਗਿਆ ਹੈ ਕਿਉਂਕਿ ਅਚਾਨਕ ਜੇ ਜੋ ਕਾਫੀ ਚੇਂजेस ਨੇ ਉਹ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਠੀਕ ਹੈ ਜੀ। 15 ਤੋਂ 18 ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਫਿਰ ਜੋ ਡਿਵੈਲਪਮੈਂਟ ਆ ਉਹ ਕੀ ਹੋ ਜਾਂਦਾ ਹੈ, ਸਲੋ ਹੋ ਜਾਂਦਾ ਹੈ। ਤੇ ਇਸ ਤਰੀਕੇ ਨਾਲ ਅਪ ਐਂਡ ਡਾਊਨ ਆਉਂਦੇ ਰਹਿੰਦੇ ਨੇ। ਪਹਿਲਾਂ ਬਹੁਤ ਫਾਸਟ ਸੀ ਪਹਿਲੇ 3 ਸਾਲਾਂ ਦੇ ਵਿੱਚ, ਅਗਲੇ 3 ਸਾਲਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਜੋ ਡਿਵੈਲਪਮੈਂਟ ਆ ਉਹ ਸਲੋ ਹੈ। ਫਿਰ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਨੈਕਸਟ 3 ਈਅਰ ਦੇ ਵਿੱਚ ਕੀ ਹੋ ਜਾਂਦੀ ਆ, ਫਾਸਟ। ਅਗਲੇ 3 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਸਲੋ ਹੁੰਦੀ ਹੈ, ਫਿਰ ਸਡਨ ਅਤੇ ਬਾਅਦ ਵਿੱਚ ਫਿਰ ਸਲੋ ਹੁੰਦੀ ਹੈ, ਠੀਕ ਹੈ ਜੀ। ਤਾਂ ਇਹ ਕੁਛ ਡਿਵੈਲਪਮੈਂਟ ਦੇ ਸਟਾਰਟਿੰਗ ਈਅਰ ਆਫ ਲਾਈਫ ਦੇ ਅਗਰ ਆਪਾਂ ਕਹੀਏ ਕਿ ਟਾਈਮ ਡਿਊਰੇਸ਼ਨ ਹੈ ਕਿ ਇੱਥੇ ਫਾਸਟ ਜਾਂ ਇੱਥੇ ਸਲੋ ਹੁੰਦੀ ਹੈ, ਇਸ ਤਰੀਕੇ ਨਾਲ। ਕਈ ਵਾਰ ਕੁਐਸਚਨ ਆ ਜਾਂਦਾ ਹੈ ਕਿ ਕਿਸ ਉਮਰ ਦੇ ਵਿੱਚ ਜ਼ਿਆਦਾ ਸਡਨ ਹੁੰਦੀ ਹੈ ਜਾਂ ਜ਼ਿਆਦਾ ਤੇਜ਼ ਹੁੰਦੀ ਹੈ ਜਾਂ ਸਲੋ ਹੁੰਦੀ ਹੈ, ਤਾਂ ਉੱਥੇ ਇਹ ਤੁਹਾਡਾ ਜੋ ਟੇਬਲ ਹੈ ਉਹ ਕੰਮ ਆਏਗਾ ਤੁਹਾਡੇ, ਤੁਸੀਂ ਚਾਹੋ ਤਾਂ ਸਕਰੀਨਸ਼ਾਟ ਲੈ ਸਕਦੇ ਹੋ। ਨੈਕਸਟ ਅਗਰ ਆਪਾਂ ਗੱਲ ਕਰੀਏ, ਅਗਲਾ ਪੁਆਇੰਟ ਤੁਹਾਡੇ ਸਾਹਮਣੇ ਹੈ ਭਵਿੱਖਬਾਣੀ। ਦੇਖੋ ਭਵਿੱਖਬਾਣੀ ਦਾ ਕੀ ਮਤਲਬ ਹੈ ਇੱਥੇ ਕਿ ਕਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਡਿਵੈਲਪਮੈਂਟ ਦੇ ਵਿੱਚ ਭਵਿੱਖਬਾਣੀ ਪੋਸੀਬਲ ਹੈ। ਹੁਣ ਇੱਕ ਛੋਟਾ ਬੱਚਾ ਹੈ, ਠੀਕ ਹੈ। ਛੋਟਾ ਬੱਚਾ ਅਗਰ ਆਪਾਂ ਕਹੀਏ ਉਹਦੀਆਂ ਐਕਟੀਵਿਟੀਜ਼ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਜੋ ਚਾਈਲਡ ਹੈ ਉਹਦਾ ਜੋ ਮਾਈਂਡ ਹੈ ਉਹ ਅੱਗੇ ਜਾ ਕੇ ਤੇਜ਼ ਹੋਏਗਾ ਜਾਂ ਨਹੀਂ ਹੋਏਗਾ। ਫੋਰ ਐਗਜ਼ਾਮਪਲ ਅਗਰ ਕੋਈ ਬੱਚਾ ਬੈੱਡ 'ਤੇ ਬੈਠਾ ਹੈ, ਉਹ ਇੱਕ ਕੋਰਨਰ 'ਤੇ ਹੈ, ਦੂਸਰੇ ਕੋਰਨਰ 'ਤੇ ਕੀ ਹੈ, ਖਿਲੌਣਾ ਪਿਆ ਹੈ, ਤਾਂ ਉਹ ਕੀ ਕਰੇਗਾ, 2 ਟਾਈਪਸ ਦੇ ਬੱਚੇ ਹੋਣਗੇ। ਇੱਕ ਜੋ ਖੁਦ ਉੱਥੇ ਜਾ ਕੇ ਖਿਲੌਣੇ ਨੂੰ ਲਏਗਾ, ਦੂਸਰਾ ਜੋ ਆਪਣੇ ਵੱਲ ਚਾਦਰ ਨੂੰ ਆਪਣੇ ਵੱਲ ਖਿੱਚ ਲੇਗਾ ਤਾਂ ਕਿ ਉਸ ਨੂੰ ਹਿੱਲਣ ਦੀ ਜ਼ਰੂਰਤ ਨਾ ਪਵੇ, ਖਿਲੌਣਾ ਖੁਦ ਉਸ ਦੇ ਕੋਲ ਆ ਜਾਵੇ। ਤੇ ਇਹਨਾਂ ਨਾਲ ਆਪਾਂ ਚੈੱਕ ਕਰ ਸਕਦੇ ਹਾਂ, ਥੋੜਾ ਜਜਮੈਂਟ ਲਗਾ ਸਕਦੇ ਹਾਂ, ਇੱਕ ਤਰੀਕੇ ਨਾਲ ਭਵਿੱਖਬਾਣੀ ਕਹਿ ਸਕਦੇ ਹਾਂ, ਠੀਕ ਹੈ। ਜਜਮੈਂਟ ਲਗਾ ਸਕਦੇ ਹਾਂ ਕਿ ਅੱਗੇ ਜਾ ਕੇ ਜੋ ਚਾਈਲਡ ਹੈ ਉਸਦਾ ਬ੍ਰੇਨ ਜਾਂ ਸ਼ਾਰਪ ਹੋਏਗਾ ਜਾਂ ਐਕਟੀਵਿਟੀਜ਼ ਦੇ ਵਿੱਚ ਕਿੱਦਾਂ ਹੋਏਗਾ, ਇਸ ਤਰੀਕੇ ਨਾਲ, ਠੀਕ ਹੈ ਜੀ। ਆਵਰ ਨੈਕਸਟ ਵਨ ਇਜ਼ ਕਮੂਲੇਟਿਵ। ਕਮੂਲੇਟਿਵ ਮਤਲਬ ਜੋੜਦੇ ਜਾਣਾ। ਕਮਿਊਨਿਟੀ ਮਤਲਬ ਜੋੜਦੇ ਜਾਣਾ, ਜਿਵੇਂ ਕਿ ਆਪਾਂ ਕੁਝ ਸਿੱਖਦੇ ਹਾਂ ਉਸਦੇ ਵਿੱਚ ਨਵਾਂ ਨਵਾਂ ਐਡ ਹੁੰਦਾ ਰਹਿੰਦਾ ਹੈ, ਠੀਕ ਹੈ। ਇਹਦਾ ਮਤਲਬ ਇਹ ਨਹੀਂ ਹੈ ਜਿਵੇਂ ਆਪਾਂ ਫਸਟ ਕੁਝ ਲਰਨ ਕੀਤਾ, ਕੁਝ ਸਿੱਖਿਆ, ਆਪਾਂ ਕੁਝ ਆਪਾਂ ਕਹਿ ਲੈਂਦੇ ਕੋਈ ਵੀ ਆਪਾਂ ਸਕਿੱਲ ਸਿੱਖੀ, ਠੀਕ ਹੈ। ਅਗਰ ਆਪਾਂ ਉਸ ਤੋਂ ਅੱਗੇ ਕੁਝ ਵੱਧ ਰਹੇ ਹਾਂ, ਕੁਝ ਹੋਰ ਸਿੱਖ ਰਹੇ ਹਾਂ, ਤਾਂ ਆਪਾਂ ਪਿਛਲਾ ਭੁੱਲ ਜਾਵਾਂਗੇ ਨਹੀਂ, ਉਹਦੇ ਵਿੱਚ ਕੀ ਹੁੰਦਾ ਰਹਿੰਦਾ, ਅੱਗੇ ਐਡ ਹੁੰਦਾ ਰਹਿੰਦਾ, ਠੀਕ ਹੈ। ਮਤਲਬ ਅੱਗੇ ਅੱਗੇ ਨਾਲ ਨਾਲ ਜੁੜਦਾ ਰਹਿੰਦਾ ਹੈ। ਸਿੰਪਲ ਸ਼ਬਦਾਂ ਵਿੱਚ ਆਪਾਂ ਕਹੀਏ ਕਿ ਜੋ ਵੀ ਆਪਾਂ ਸਿੱਖਦੇ ਰਹਿੰਦੇ ਹਾਂ ਉਹ ਪਿਛਲੀ ਨੌਲੇਜ ਦੇ ਵਿੱਚ, ਪੁਰਾਣੀ ਨੌਲੇਜ ਦੇ ਵਿੱਚ ਐਡ ਹੁੰਦਾ ਜਾਂਦਾ ਹੈ, ਠੀਕ ਹੈ। ਤਾਂ ਇਹ ਹੋ ਗਿਆ ਪ੍ਰਿੰਸੀਪਲ ਆਫ ਕਮਿਊਨਿਟਿਵ, ਜਿਹਨੂੰ ਆਪਾਂ ਪੰਜਾਬੀ ਵਿੱਚ ਬੋਲਦੇ ਹਾਂ ਜੋੜਦੇ ਜਾਣਾ। ਅੱਗੇ ਆ ਜਾਂਦਾ ਜੀ ਇੰਟਰੈਕਸ਼ਨ ਬਿਟਵੀਨ ਮੈਚੂਰੇਸ਼ਨ ਐਂਡ ਲਰਨਿੰਗ। ਮਤਲਬ ਮੈਚੂਰੇਸ਼ਨ ਪਰਿਪੱਕਤਾ ਜਿਹਨੂੰ ਆਪਾਂ ਕਹਿੰਦੇ ਹਾਂ, ਮੈਚੂਰੇਸ਼ਨ ਤੇ ਲਰਨਿੰਗ। ਪਹਿਲਾ ਬੱਚਾ ਇੰਨਾ ਕੁ ਮੈਚਿਓਰ ਹੋਣਾ ਚਾਹੀਦਾ ਕਿ ਉਹ ਲਰਨਿੰਗ ਕਰ ਸਕੇ। ਫੋਰ ਐਗਜ਼ਾਮਪਲ ਆਪਾਂ ਸੈਕਿੰਡ ਕਲਾਸ ਜਾਂ ਸੈਕਿੰਡ ਜਾਂ ਥਰਡ ਕਲਾਸ ਦੇ ਬੱਚੇ ਨੂੰ ਇਹ ਨਹੀਂ ਕਹਾਂਗੇ ਕਿ 10th ਜਾਂ 12th ਲੈਵਲ ਦੇ ਜੋ ਕੁਐਸਚਨਸ ਨੇ ਉਹਨਾਂ ਨੂੰ ਸੋਲਵ ਕਰ, ਜਾਂ ਫਿਰ ਆਪਾਂ ਇਹ ਕਹਾਂਗੇ ਕਿ ਜਾ ਕੇ ਜਿਮ ਜੁਆਇਨ ਕਰ, ਠੀਕ ਹੈ। ਪੋਸੀਬਲ ਨਹੀਂ ਹੈ ਕਿਉਂਕਿ ਬੱਚਾ ਉਹਨਾਂ ਕੁ ਮੈਚਿਓਰ ਨਹੀਂ ਹੈ ਕਿ ਇਹ ਸਾਰੀਆਂ ਐਕਟੀਵਿਟੀਜ਼ ਕਰ ਸਕੇ। ਅਗਰ ਕੋਈ ਸਾਈਕਲ ਚਲਾ ਰਿਹਾ ਹੈ ਕੋਈ ਬੱਚਾ, ਤਾਂ ਉਹਦੇ ਲਈ ਉਹਦੀਆਂ ਲੈਗਸ ਪ੍ਰੋਪਰਲੀ ਮੈਚਿਓਰ ਹੋਣੀਆਂ ਚਾਹੀਦੀਆਂ ਨੇ, ਉਹਨੂੰ ਪ੍ਰੋਪਰਲੀ ਆਪਾਂ ਕਹਿ ਸਕੀਏ ਕਿ ਤੁਰਨਾ ਆਉਣਾ ਚਾਹੀਦਾ। ਜੋ ਬੱਚਾ ਹਾਲੇ ਇੰਨਾ ਛੋਟਾ ਕਿ ਤੁਰਨਾ ਨਹੀਂ ਸਿੱਖ ਸਕਿਆ, ਉਹ ਸਾਈਕਲਿੰਗ ਨਹੀਂ ਕਰ ਸਕਦਾ ਕਿਉਂਕਿ ਉਹ ਹਾਲੇ ਉਹਨਾਂ ਮੈਚਿਓਰ ਨਹੀਂ ਹੋਇਆ। ਤਾਂ ਆਪਾਂ ਕਹਿ ਸਕਦੇ ਕਿ ਮੈਚੂਰੇਸ਼ਨ ਟੂ ਲਰਨਿੰਗ ਹੈ ਜੋ ਡਿਵੈਲਪਮੈਂਟ ਹੁੰਦਾ ਹੈ। ਬੱਚਾ ਪਹਿਲਾਂ ਇੰਨਾ ਮੈਚਿਓਰ ਹੋਣਾ ਚਾਹੀਦਾ ਹੈ ਤਾਂ ਕਿ ਉਹ ਐਕਟੀਵਿਟੀਜ਼ ਨੂੰ ਕਰ ਸਕੇ, ਠੀਕ ਹੈ। ਮਾਈਂਡ ਦੇ ਤੌਰ 'ਤੇ, ਫਿਜ਼ੀਕਲੀ ਤੌਰ 'ਤੇ ਤਾਂ ਇੰਨਾ ਮੈਚਿਓਰ ਹੋਣਾ ਚਾਹੀਦਾ ਤਾਂ ਕਿ ਉਹ ਉਸ ਟਾਈਪ ਦੀ ਲਰਨਿੰਗ ਕਰ ਸਕੇ। ਕਲੀਅਰ। ਅਗਰ ਐਗਜ਼ਾਮਪਲ ਇੱਕ ਅੱਧੀ ਹੋਰ ਲਈਏ ਤਾਂ ਆਪਾਂ ਕਹਿ ਸਕਦੇ ਜਿਵੇਂ ਆਪਾਂ ਰਾਈਟਿੰਗ ਬਾਰੇ ਗੱਲ ਕਰ ਰਹੇ ਹਾਂ, ਤਾਂ ਰਾਈਟਿੰਗ ਅਗਰ ਬੱਚਾ ਹਲੇ ਇੰਨੀ ਕੁ ਮੂਵਮੈਂਟ ਵੀ ਨਹੀਂ ਕਰ ਪਾਉਂਦਾ, ਬਹੁਤ ਛੋਟਾ ਹੈ, ਤਾਂ ਕਿ ਉਹ ਰਾਈਟਿੰਗ ਜਾਂ ਰੀਡਿੰਗ ਕਰ ਪਾਏਗਾ ਨਹੀਂ, ਕਿਉਂਕਿ ਉਹਨਾਂ ਮੈਚਿਓਰ ਨਹੀਂ ਹੈ, ਠੀਕ ਹੈ। ਤਾਂ ਇਹ ਸਾਰੀਆਂ ਗੱਲਾਂ ਆਈ ਹੋਪ ਤੁਸੀਂ ਸਮਝ ਰਹੇ ਹੋਵੋਗੇ। ਨੈਕਸਟ ਅਗਰ ਆਪਾਂ ਗੱਲ ਕਰੀਏ ਇੰਟੀਗ੍ਰੇਸ਼ਨ ਦਾ ਮਤਲਬ ਹੋ ਜਾਂਦਾ ਕਿ ਜਦੋਂ ਆਪਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਇੰਟੀਗ੍ਰੇਟ ਕਰਕੇ ਕੋਈ ਐਕਟੀਵਿਟੀ ਕਰਦੇ ਹਾਂ। ਫੋਰ ਐਗਜ਼ਾਮਪਲ ਆਪਾਂ ਸਾਈਕਲਿੰਗ ਦੀ ਆਪਾਂ ਐਗਜ਼ਾਮਪਲ ਲੈ ਰਹੇ ਸੀ। ਸਾਈਕਲਿੰਗ ਦੇ ਵਿੱਚ ਆਪਣਾ ਕੀ ਹੁੰਦਾ, ਆਪਾਂ ਲੈਗਸ ਨੂੰ ਮੂਵਮੈਂਟ ਕਰਦੇ ਹਾਂ, ਠੀਕ ਹੈ, ਆਪਣਾ ਕੰਸਨਟ੍ਰੇਸ਼ਨ ਹੁੰਦਾ, ਤਾਂ ਸਾਰੇ ਫਿਜ਼ੀਕਲੀ ਆਪਾਂ ਇੰਟੀਗ੍ਰੇਟ ਕਰ ਰਹੇ ਹਾਂ ਆਪਣੇ ਸੈਂਸਰੀ ਇੰਟੀਗ੍ਰੇਸ਼ਨ ਵਿੱਚ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਜਾਂ ਫਿਰ ਆਪਾਂ ਰਾਈਟਿੰਗ ਕਰ ਰਹੇ ਹਾਂ ਤਾਂ ਆਪਾਂ ਹੈਂਡ, ਫਿੰਗਰ, ਆਈ, ਆਪਾਂ 3 ਤੋਂ 4 ਜੋ ਮਤਲਬ ਆਪਾਂ ਕਹਿ ਸਕਦੇ ਇੱਕ ਤੋਂ ਜ਼ਿਆਦਾ ਜਿਹੜੇ ਆਪਣੇ ਸੈਂਸਰੀ ਪਾਰਟਸ ਨੇ ਉਹਨਾਂ ਨੂੰ ਯੂਜ਼ ਕਰਕੇ ਆਪਾਂ ਕੋਈ ਨਾ ਕੋਈ ਐਕਟੀਵਿਟੀ ਕਰ ਰਹੇ ਹਾਂ, ਰਾਈਟਿੰਗ ਕਰ ਰਹੇ ਹਾਂ, ਸਾਈਕਲਿੰਗ ਕਰ ਰਹੇ ਹਾਂ, ਔਰ ਆਪਾਂ ਇੰਨੇ ਕੁ ਵਧੀਆ ਤਰੀਕੇ ਨਾਲ ਉਸਨੂੰ ਕਰ ਪਾ ਰਹੇ ਹਾਂ ਕਿ ਆਪਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ, ਤਾਂ ਉਹ ਸਾਰਾ ਕੁਝ ਇੰਟੀਗ੍ਰੇਸ਼ਨ ਦੇ ਵਿੱਚ ਆ ਜਾਂਦਾ ਹੈ, ਠੀਕ ਹੈ ਜੀ। ਅੱਗੇ ਅਗਰ ਆਪਾਂ ਗੱਲ ਕਰੀਏ ਰੈਪੀਟੇਸ਼ਨ, ਤਾਂ ਰੈਪੀਟੇਸ਼ਨ ਹੁੰਦੀ ਹੈ ਜੋ ਪ੍ਰਿੰਸੀਪਲ ਆਫ ਡਿਵੈਲਪਮੈਂਟ ਦਾ ਵੀ ਇੱਕ ਪਾਰਟ ਹੈ, ਰਿਪੀਟ ਕੀਤਾ ਜਾ ਸਕਦਾ ਹੈ। ਨੈਕਸਟ ਵਨ ਇਜ਼ ਡਿਵੈਲਪਮੈਂਟ ਇਜ਼ ਨੋਟ ਰਿਵਰਸੀਬਲ। ਹੁਣ ਦੇਖੋ ਇਹਦੇ ਵਿੱਚ ਇਹ ਹੈ ਕਿ ਰਿਵਰਸੀਬਲ ਨਹੀਂ ਹੁੰਦਾ ਨੇਚਰ ਦੇ ਵਿੱਚ ਡਿਵੈਲਪਮੈਂਟ। ਰਿਵਰਸੀਬਲ ਦਾ ਮਤਲਬ ਹੋ ਗਿਆ ਕਿ ਫੋਰ ਐਗਜ਼ਾਮਪਲ ਕੋਈ ਪਰਸਨ ਹੈ, ਜੋ ਕੋਈ ਚਾਈਲਡ ਹੈ, ਉਸਨੂੰ ਕੋਈ ਬੁਰੀ ਆਦਤ ਲੱਗ ਗਈ ਹੈ, ਉਹ ਆਪਣੀ ਬੈਡ ਕੰਪਨੀ ਕਰਕੇ ਉਸਨੂੰ ਕੋਈ ਚੋਰੀ ਜਾਂ ਹੋਰ ਬੁਰੀ ਆਦਤ ਲੱਗ ਗਈ ਹੈ, ਤਾਂ ਇਹ ਨਹੀਂ ਹੋਏਗਾ ਕਿ ਆਪਾਂ ਟਾਈਮ ਨੂੰ ਪਿੱਛੇ ਲੈ ਜਾ ਕੇ ਉਸਦੀ ਉਹ ਕੰਪਨੀ ਛੁਡਵਾ ਕੇ ਕਿਸੇ ਹੋਰ ਨਾਲ ਆਪਾਂ ਕਹਿ ਸਕਦੇ ਕਿ ਉਸਦੀ
ਆਦਤ ਨੂੰ ਆਪਾਂ ਛੁਡਵਾ ਸਕਦੇ ਹਾਂ, ਜੋ ਸਕਿੱਲ ਉਸਨੇ ਸਿੱਖੀ ਹੈ ਜਾਂ ਨੈਗੇਟਿਵ ਹੀ ਸਹੀ ਬਟ ਜੋ ਕੁਝ ਵੀ ਉਸਨੇ ਸਿੱਖਿਆ ਹੈ, ਜੋ ਡਿਵੈਲਪ ਹੋਇਆ ਹੈ, ਉਸ ਨੂੰ ਆਪਾਂ ਰਿਵਰਸ ਕਰ ਦੇਵਾਂਗੇ। ਪੋਸੀਬਲ ਨਹੀਂ ਹੈ, ਕਿਸੇ ਵੀ ਜੋ ਡਿਵੈਲਪਮੈਂਟ ਹੋ ਚੁੱਕਾ ਹੈ ਉਸ ਨੂੰ ਵਾਪਸ ਮੋੜਿਆ ਨਹੀਂ ਜਾ ਸਕਦਾ, ਠੀਕ ਹੈ। ਤਾਂ ਨੋਟ ਰਿਵਰਸੀਬਲ ਹੁੰਦੀ ਹੈ। ਹਾਂ, ਇਹ ਪੋਸੀਬਲ ਹੈ ਕਿ ਤੁਸੀਂ ਇਨ ਦ ਫਿਊਚਰ ਉਸ ਬੱਚੇ ਦੀ ਉਹ ਆਦਤ ਨੂੰ ਛੁਡਵਾ ਕੇ ਨੈਕਸਟ ਅਗਰ ਆਪਾਂ ਗੱਲ ਕਰੀਏ ਉਸ ਆਦਤ ਨੂੰ ਛੁਡਵਾ ਕੇ ਉਸ ਨੂੰ ਹੋਰ ਥੋੜ੍ਹਾ ਜਿਹਾ ਸਮਝਾ ਕੇ ਮੈਚਿਓਰ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਐਕਟੀਵਿਟੀਜ਼ ਉਸ ਨੂੰ ਸਿਖਾਈਆਂ ਜਾਣ। ਇਨ ਦਾ ਫਿਊਚਰ ਜੋ ਹੈ ਉਸ ਦੀਆਂ ਜੋ ਐਕਟੀਵਿਟੀਜ਼ ਨੇ ਉਹਨਾਂ ਨੂੰ ਚੇਂਜ ਕਰਕੇ ਸੁਧਾਰਿਆ ਜਾ ਸਕਦਾ ਹੈ। ਬਟ ਇਹ ਨਹੀਂ ਹੁੰਦਾ ਕਿ ਅਗਰ ਕੋਈ ਡਿਵੈਲਪਮੈਂਟ ਹੋ ਚੁੱਕਿਆ ਹੈ ਤਾਂ ਆਪਾਂ ਰਿਵਰਸ ਦੇ ਵਿੱਚ ਜਾ ਕੇ ਉਸ ਨੂੰ ਆਪਾਂ ਕਹਿ ਦਈਏ ਰਿਵਰਸ ਨਹੀਂ ਕੀਤਾ ਜਾ ਸਕਦਾ, ਸਿੰਪਲ ਸ਼ਬਦਾਂ ਦੇ ਵਿੱਚ, ਠੀਕ ਹੈ ਜੀ। ਅਗਰ ਆਪਾਂ ਨੈਕਸਟ ਦੀ ਗੱਲ ਕਰੀ, ਈਚ ਸਟੇਜ ਹੈਜ਼ ਇਟਸ ਔਨ ਕਰੈਕਟਰਿਸਟਿਕਸ। ਤਾਂ ਹਰ ਇੱਕ ਸਟੇਜ ਦੀ ਆਪਣੀ ਜੋ ਡਿਵੈਲਪਮੈਂਟ ਦੀ ਹੁੰਦੀ ਆ, ਆਪਣੀਆਂ ਆਪਾਂ ਕਹਾਂਗੇ ਕਿ ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਠੀਕ ਹੈ। ਹੁਣ ਜਿਵੇਂ ਹਰ ਇੱਕ ਸਟੇਜ ਦੇ ਉੱਪਰ ਡਿਵੈਲਪਮੈਂਟ ਕਿਤੇ ਫਾਸਟ ਹੁੰਦਾ, ਕਿਤੇ ਸਲੋ। ਸਟੇਜ ਦਾ ਮਤਲਬ ਆ ਜਾਂਦਾ ਹੈ ਜਿਵੇਂ ਇਨਫੈਂਸੀ, ਪਹਿਲੇ 2 ਸਾਲ ਦੇ ਵਿੱਚ ਬੱਚੇ ਦਾ ਡਿਵੈਲਪਮੈਂਟ ਕਿਵੇਂ ਹੁੰਦਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਹਰ ਇੱਕ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਸਟੇਜ ਦੀ ਗੱਲ ਕੀਤੀ ਗਈ ਹੈ ਇੱਥੇ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ ਡਿਫਰੈਂਟ ਰੇਟ ਆਫ ਡਿਵੈਲਪਮੈਂਟ ਫॉर डिफरेंट पार्ट्स। अलग-अलग पार्ट्स ਲਈ अलग-अलग जो डेवलपमेंट है अलग-अलग रेट ਦੇ ਉੱਪਰ ਹੁੰਦਾ है। ਐਵੇਂ नहीं है कि जिस रेट ਨਾਲ अपना माइंड डेवलप कर रहा है उस रेट ਨਾਲ अपनी फिजिकल ग्रोथ होएगी, ठीक है। इट डिपेंड ऑन हेरिडिटी और इन्वायरमेंट टू, क्योंकि आप पिछे पढ़ के आए कि जो डेवलपमेंट है वो किहदी प्रोडक्ट है, ਹੈਰੀਡਿਟੀ ਐਂਡ ਇਨਵਾਇਰਮੈਂਟ। ਸੋ ਅਲੱਗ-ਅਲੱਗ ਪਾਰਟਸ ਦੀ ਜੋ ਰੇਟ ਹੁੰਦੀ ਹੈ ਉਹ ਅਲੱਗ-ਅਲੱਗ ਹੁੰਦੀ ਹੈ, ਠੀਕ ਹੈ, ਡਿਵੈਲਪਮੈਂਟ ਦੀ। ਜ਼ਰੂਰੀ ਨਹੀਂ ਹੈ ਕਿ ਅਗਰ ਤੁਹਾਡਾ ਮੈਂਟਲੀ ਬਹੁਤ ਸਟਰੋਂਗ, ਤੁਹਾਡਾ ਅੱਛਾ ਡਿਵੈਲਪਮੈਂਟ ਹੋ ਰਿਹਾ ਹੈ ਤਾਂ ਉਨਾ ਹੀ ਅੱਛਾ ਫਿਜ਼ੀਕਲ ਹੋਵੇ, ਠੀਕ ਹੈ, ਉੱਪਰ ਨੀਚੇ ਹੋ ਸਕਦਾ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਲਾਸਟ ਵਨ ਇਜ਼ ਐਵਰੀ ਚਾਈਲਡ ਪਾਸਿਸ ਥਰੂ ਈਚ ਸਟੇਜ ਆਫ ਡਿਵੈਲਪਮੈਂਟ। ਹਰ ਇੱਕ ਚਾਈਲਡ ਨੂੰ ਹਰ ਸਟੇਜ ਦੇ ਵਿੱਚੋਂ ਪਾਸ ਹੋਣਾ ਪੈਂਦਾ ਹੈ ਡਿਵੈਲਪਮੈਂਟ ਦੀ। ਜੋ ਸਟੇਜਸ ਇੱਦਾਂ ਨਹੀਂ ਹੁੰਦਾ ਕਿ ਅਗਰ ਕੋਈ ਬੱਚਾ ਹੈ ਉਸਦਾ ਇਨਵਾਇਰਮੈਂਟ ਡਿਫਰੈਂਟ ਹੈ ਬਟ ਸੈਕਿੰਡ ਚਾਈਲਡ ਅਲੱਗ ਇਨਵਾਇਰਮੈਂਟ ਦੇ ਵਿੱਚ ਹੈ ਤਾਂ ਦੋਨਾਂ ਦਾ ਡਿਵੈਲਪਮੈਂਟ ਵੀ ਅਲੱਗ-ਅਲੱਗ ਹੋਏਗਾ। ਇਹ ਪਹਿਲਾਂ ਰਾਈਟਿੰਗ ਕਰਨੀ ਸਿੱਖ ਲਏਗਾ, ਜੇ ਇਹ ਪਹਿਲਾਂ ਆਪਾਂ ਕਹਾਂਗੇ ਕਿ ਇਹ ਪਹਿਲਾਂ ਸਾਈਕਲਿੰਗ ਸਿੱਖ, ਇੱਦਾਂ ਨਹੀਂ ਹੁੰਦਾ। ਹਰ ਇੱਕ ਪਾਰਟ ਹੈ ਜੋ ਸਾਰਿਆਂ ਦੇ ਵਿੱਚ ਕੀ ਹੁੰਦਾ, ਸੇਮ ਹੁੰਦਾ। ਸਾਰੇ ਬੱਚੇ ਹੌਲੀ-ਹੌਲੀ ਪਹਿਲਾਂ ਆਪਣੀ, ਜਿਵੇਂ ਆਪਾਂ ਪੜ੍ਹ ਕੇ ਇਸਕੇ ਗ੍ਰੋਸ ਮੋਟਰ ਸਕਿੱਲਸ ਤੋਂ ਫਾਈਨ ਮੋਟਰ ਸਕਿੱਲ, ਠੀਕ ਹੈ, ਇਹ ਸਾਰਿਆਂ ਦੇ ਵਿੱਚ ਸੇਮ ਹੀ ਰਹਿੰਦਾ। ਪਹਿਲਾਂ ਹੌਲੀ-ਹੌਲੀ ਚੱਲਣਾ ਸਿੱਖਦੇ ਨੇ, ਫਿਰ ਹੌਲੀ-ਹੌਲੀ ਜਿਵੇਂ ਵੱਡੇ ਹੁੰਦੇ ਨੇ, ਮੈਚਿਓਰ ਹੁੰਦੇ ਨੇ, ਬਾਕੀ ਐਕਟੀਵਿਟੀਜ਼ ਨੂੰ ਸਿੱਖਦੇ ਨੇ, ਹੌਲੀ-ਹੌਲੀ ਬੋਲਣਾ, ਤਾਂ ਸਾਰਾ ਕੁਛ ਸੇਮ ਪ੍ਰੋਸੈਸ ਦੇ ਵਿੱਚ ਆਪਾਂ ਸਾਰਿਆਂ ਦੇ ਵਿੱਚ ਦੇਖਦੇ ਹਾਂ, ਕੁਛ ਡਿਫਰੈਂਟ ਨਹੀਂ ਹੁੰਦਾ, ਠੀਕ ਹੈ ਜੀ। ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਇੱਥੇ ਇੱਕ ਪੁਆਇੰਟ ਆਪਾਂ ਕੀਤਾ ਸੀ, ਮੈਂ ਉਸਨੂੰ ਜ਼ਰੂਰ ਰਿਪੀਟ ਕਰਾਂਗੀ ਕਿ ਜੋ ਡਿਵੈਲਪਮੈਂਟ ਹੈ ਉਹ ਕੀ ਕਰਦਾ ਹੈ ਜੀ, ਡਾਇਰੈਕਸ਼ਨ ਨੂੰ ਫੋਲੋ ਕਰਦਾ ਹੈ, ਠੀਕ ਹੈ। ਇਹਦੇ ਵਿੱਚ 2 ਪੁਆਇੰਟ ਸੀਗੇ, ਸਿਫੈਲੋਕੋਡਲ ਤੇ ਪ੍ਰੋਕਸੀਮੋਡਲ। ਤਾਂ ਕਿਹੜੀ ਡਾਇਰੈਕਸ਼ਨ ਨੂੰ ਫੋਲੋ ਕਰਦਾ ਉਹ ਵੀ ਆਪਾਂ ਦੇਖਦੇ ਹਾਂ। ਵੈਸੇ ਤਾਂ ਆਪਾਂ ਇਸ ਨੂੰ ਆਪਾਂ ਡਿਟੇਲ ਦੇ ਵਿੱਚ ਕਰ ਹੀ ਚੁੱਕੇ ਹਾਂ ਬਟ ਸਟਿਲ ਇਸ ਨੂੰ ਇੱਕ ਵਾਰੀ ਹੋਰ, ਇਹਦੇ 2 ਪੁਆਇੰਟਸ ਨੇ, ਆਈ ਥਿੰਕ ਮੇਰੀ ਵੀ ਆਪਾਂ ਉਹਨਾਂ ਨੂੰ ਵੀ ਕਵਰ ਕਰ ਲੈਂਦੇ ਹਾਂ। 2 ਪੈਟਰਨ ਨੇ ਜਿਹੜੇ ਫੋਲੋ ਕਰਦੇ, ਕਿਹੜੇ ਹੋ ਗਏ, ਸਿਫੈਲੋਕੋਡਲ, ਠੀਕ ਹੈ ਜੀ। ਫਸਟ ਵਨ ਲਿਖ ਰਹੀ ਹਾਂ ਮੈਂ ਇੱਥੇ, ਸਿਫੈਲੋਕੋਡਲ ਦੇ ਵਿੱਚ ਕੀ ਹੁੰਦਾ, ਸਿਫੈਲੋਕੋਡਲ ਦੇ ਵਿੱਚ ਕੀ ਹੁੰਦਾ, ਸਿਰ ਤੋਂ ਲੈ ਕੇ ਪੈਰ ਤੱਕ ਜੋ ਡਿਵੈਲਪਮੈਂਟ ਹੈ ਉਹ ਹੁੰਦਾ, ਠੀਕ ਹੈ। ਸਿਰ ਤੋਂ ਪੈਰ ਤੱਕ ਆਪਾਂ ਕਹਾਂਗੇ ਡਿਵੈਲਪਮੈਂਟ ਇਹਦੇ ਵਿੱਚ ਦੇਖਣ ਨੂੰ ਮਿਲਦਾ। ਸਿਫੈਲੋਕੋਡਲ ਦੇ ਵਿੱਚ ਕੀ ਹੁੰਦਾ, ਸਿਰ ਤੋਂ ਲੈ ਕੇ ਪੈਰ ਤੱਕ ਦਾ ਡਿਵੈਲਪਮੈਂਟ ਹੈ। ਹੈਡ ਟੂ ਫੁੱਟ ਜਾਂ ਟੋ ਕਹਿ ਦਿੰਦੇ ਨੇ, ਠੀਕ ਹੈ, ਉੱਪਰ ਤੋਂ ਥੱਲੇ ਵੱਲ। ਕੁਐਸਚਨ ਆ ਜਾਂਦਾ ਕਿ ਉੱਪਰ ਤੋਂ ਥੱਲੇ ਵੱਲ ਦਾ ਡਿਵੈਲਪਮੈਂਟ ਕਿਹੜਾ ਹੁੰਦਾ, ਤਾਂ ਉਹ ਸਿਫੈਲੋਕੋਡਲ ਹੁੰਦਾ। ਸੈਕਿੰਡ ਵਨ ਇਜ਼ ਪ੍ਰੋਕਸੀਮੋਡਲ ਕੀ ਹੁੰਦਾ, ਮੱਧ ਤੋਂ, ਜਿਵੇਂ ਆਪਣੀ ਬੈਕਬੋਨ, ਸਪਾਈਨਲ, ਠੀਕ ਹੈ, ਮੱਧ ਤੋਂ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਅੰਦਰ ਤੋਂ ਬਾਹਰ ਵੱਲ। ਤਾਂ ਜੋ ਤੁਹਾਡਾ ਸੈਕਿੰਡ ਆ ਉਹ ਕਿਹੜਾ ਜੀ, ਪ੍ਰੋਕਸੀਮੋਡਲ, ਠੀਕ ਹੈ ਜੀ। ਇਹਦੇ ਵਿੱਚ ਕੀ ਹੁੰਦਾ, ਮੱਧ ਤੋਂ ਕਹਿ ਸਕਦੇ ਹਾਂ ਜਾਂ ਪੇਟ ਤੋਂ ਵੀ ਕਹਿ ਸਕਦੇ ਹਾਂ, ਪੇਟ ਤੋਂ ਜਾਂ ਮੱਧ ਤੋਂ, ਠੀਕ ਹੈ, ਬਾਹਰ ਵੱਲ, ਠੀਕ ਹੈ। ਜਾਂ ਫਿਰ ਜਿਵੇਂ ਆਪਣੇ ਜੋ ਇਨਰ ਪਾਰਟਸ ਨੇ ਉਹਨਾਂ ਦਾ, ਜਿਹੜੇ ਕਿ ਆਪਣੇ ਅੰਦਰੂਨੀ ਅੰਗ ਨੇ, ਜਿਵੇਂ ਹਾਰਟ ਹੋ ਗਿਆ, ਸਪਾਈਨਲ ਕੋਡ ਹੋ ਗਿਆ, ਬੈਕਬੋਨ ਹੋ ਗਈ, ਇਹਨਾਂ ਦਾ ਜੋ ਡਿਵੈਲਪਮੈਂਟ ਹੁੰਦਾ ਉਹਦੀ ਗੱਲ ਕੀਤੀ ਗਈ ਹੈ, ਠੀਕ ਹੈ। ਤਾਂ 2 ਪੈਟਰਨ ਨੂੰ ਫੋਲੋ ਕਰਦਾ ਜੀ ਸੀਕੁਐਂਸ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਪ੍ਰੋਸੀਡ ਕਿਵੇਂ ਕਰਦਾ, ਜਨਰਲ ਟੂ ਸਪੈਸੀਫਿਕ, ਜੋ ਕਿ ਮੈंने ਦੱਸਿਆ ਸੀ, ਗ੍ਰੋਸ ਮੋਟਰ ਸਕਿੱਲ ਟੂ ਫਾਈਨ ਮੋਟਰ ਸਕਿੱਲ, ਠੀਕ ਹੈ। ਡਾਇਰੈਕਸ਼ਨ ਨੂੰ ਵੀ ਫੋਲੋ ਕਰਦਾ। ਡਾਇਰੈਕਸ਼ਨ ਕਿਵੇਂ ਹੋ ਜਾਂਦੀ ਹੈ, ਪਹਿਲਾਂ ਸਿਫੈਲੋਕੋਡਲ ਆਏਗੀ ਜੋ ਕਿ ਸਿਰ ਤੋਂ ਲੈ ਕੇ ਪੈਰ ਤੱਕ ਦੀ ਗੱਲ ਕਰਦਾ ਹੈ। ਸੈਕਿੰਡ ਵਨ ਇਜ਼ ਪ੍ਰੋਕਸੀਮੋਡਲ ਜੋ ਕਿ ਅੰਦਰ ਤੋਂ ਬਾਹਰ ਜਾਂ ਮੱਧ ਤੋਂ ਬਾਹਰ ਵੱਲ ਦੀ ਗੱਲ ਕਰਦਾ ਹੈ, ਠੀਕ ਹੈ ਜੀ। ਆਈ ਹੋਪ ਇਹ ਪੂਰਾ ਦਾ ਪੂਰਾ ਟੌਪਿਕ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਇੱਥੇ ਜੋ ਆਪਣਾ ਸੈਕਿੰਡ ਟੌਪਿਕ ਆ ਉਹ ਕੰਪਲੀਟ ਹੁੰਦਾ ਹੈ, ਠੀਕ ਹੈ। ਇਹ ਟੌਪਿਕ ਆਪਣਾ ਪੂਰਾ ਦਾ ਪੂਰਾ ਕੰਪਲੀਟ ਹੋ ਜਾਂਦਾ। ਇਸ ਤੋਂ ਬਾਅਦ ਆਪਾਂ ਕਰਾਂਗੇ ਥਰਡ ਟੌਪਿਕ ਵਿਚ ਇਜ਼ ਹੈਰੀਡਿਟੀ ਐਂਡ ਇਨਵਾਇਰਮੈਂਟ। ਤਾਂ ਉਸ ਤੋਂ ਪਹਿਲਾਂ ਕਮੈਂਟ ਸੈਕਸ਼ਨ ਦੇ ਵਿੱਚ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਇਸ ਟੌਪਿਕ ਦੇ ਜੋ MCQs ਨੇ ਉਹ ਪਹਿਲਾਂ ਕਰਵਾਏ ਜਾਣ ਜਾਂ ਫਿਰ
ਜੋ ਥਰਡ ਟੌਪਿਕ ਹੈ ਉਹ ਕਰਵਾਏ ਜਾਣ। ਤਾਂ ਪਲੀਜ਼ ਇਸ ਬਾਰੇ ਮੈਨੂੰ ਥੋੜ੍ਹਾ ਜਿਹਾ ਜ਼ਰੂਰ ਦੱਸਿਓ ਕਿ MCQs ਨਾਲ ਦੀ ਨਾਲ ਹੀ ਜੋ ਤੁਹਾਡੇ ਟੌਪਿਕ ਨਾਲ ਰਿਲੇਟਡ ਨੇ, ਨੈਕਸਟ ਵੀਡੀਓ MCQs ਆ ਰਹੇ ਜਾਂ ਆਪਾਂ ਥਰਡ ਟੌਪਿਕ ਸਟਾਰਟ ਕਰ ਲਈਏ, ਤਾਂ ਮੈਨੂੰ ਇਸ ਬਾਰੇ ਜ਼ਰੂਰ ਤੁਹਾਡਾ ਸੁਜੈਸ਼ਨ ਚਾਹੀਦਾ ਹੈ। ਤੇ ਬਾਕੀ ਜੇ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਤਾਂ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਹੈਲਪਫੁਲ ਹੋਏਗਾ ਤੁਹਾਡੇ ਲਈ। ਠੀਕ ਹੈ ਜੀ, ਨੈਕਸਟ ਆਪਾਂ ਦੇਖਦੇ ਹਾਂ, ਤੁਹਾਡੇ ਕਮੈਂਟਸ 'ਤੇ ਡਿਪੈਂਡ ਕਰਦਾ ਹੈ, ਬਾਕੀ ਜਿਵੇਂ ਰਿਹਾ ਉਵੇਂ ਕਰਾਂਗੇ। ਠੀਕ ਹੈ, ਬਾਕੀ ਅੱਜ ਲਈ ਬਸ ਇੰਨਾ ਹੀ। ਥੈਂਕ ਯੂ।